ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਨਿਰਮਲ ਸਿੰਘ ਮਾਨਸ਼ਈਆ। ਮੇਰੇ ਨਾਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ। ਉਹ ਯੂਥ ਆਗੂ ਜਿਹੜੇ ਰਾਹੁਲ ਗਾਂਧੀ ਦੇ ਖਾਸਮ ਖਾਸ ਨੇ ਤੇ ਯੂਥ ਬ੍ਰਿਗੇਡ ਦੇ ਲੀਡਰ ਨੇ। ਪੰਜਾਬ ਦੇ ਵਿੱਚ ਉਹਨਾਂ ਨੂੰ ਕਮਾਨ ਸੌਂਪੀ ਗਈ ਆ। ਗੱਲਬਾਤ ਕਰਦੇ ਆ ਉਹਨਾਂ ਨਾਲ। ਬਾਈ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ ਤੇ। ਧੰਨਵਾਦ ਮਾਨਸ਼ਈਆ ਸਾਹਿਬ। ਤੁਸੀਂ ਐਂ ਕਿਉਂ ਕਹਿੰਦੇ ਹੋ ਹਰ ਵਾਰ ਕਿ ਮੈਂ ਹਾਂ ਮਾਨਸ਼ਈਆ? ਸਾਰੇ ਜਾਣਦੇ ਤਾਂ ਹੈ ਤੁਹਾਡੇ। ਕਹਿੰਦੇ ਆ ਵੀ ਜਦੋਂ ਇੰਟਰੋਡਕਸ਼ਨ ਦੇਣੀ ਹੁੰਦੀ ਹੈ ਕਈ ਵਾਰ ਦੇਣੀ ਪੈਂਦੀ ਹੈ। ਤੁਹਾਨੂੰ ਤਾਂ ਸਾਰੇ ਜਾਣਦੇ ਨੇ। ਤੁਹਾਨੂੰ ਸਾਰੇ ਜਾਣਦੇ ਆ, ਮੈਨੂੰ ਤਾਂ ਹੋ ਸਕਦਾ ਨਾ ਜਾਣਦੇ ਹੋ। ਬਾਈ ਜੀ ਕਿਵੇਂ ਚੱਲ ਰਹੀ ਹੈ ਫਿਰ ਪ੍ਰਧਾਨਗੀ? ਬੜਾ ਆਨੰਦ ਆ ਰਿਹਾ, ਬਹੁਤ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੈ ਔਰ ਸਹਿਜੇ ਸਹਿਜੇ ਲੱਗੇ, ਪੈੜਾ ਲੰਮਾ ਹੈ, ਬਟ ਉਮੀਦ ਹੈ ਕਿ ਤੈਅ ਕਰ ਲਵਾਂਗੇ। ਲੱਗਦਾ ਨਹੀਂ ਛੋਟੀ ਉਮਰ 'ਚ ਵੱਡੀ ਜ਼ਿੰਮੇਵਾਰੀ ਹੈ ਥੋੜੇ ਸਮੇਂ ਦੇ ਵਿੱਚ? ਮਾਨਸ਼ਈਆ ਸਾਹਿਬ, ਮੈਨੂੰ ਲੱਗਦਾ ਕਿ ਬਿਲਕੁਲ ਵੱਡੀ ਜ਼ਿੰਮੇਵਾਰੀ ਹੈ, ਲੇਕਿਨ ਜਦੋਂ ਵੀ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਉਹਨਾਂ ਨੂੰ ਬੇਖੂਬੀ ਨਾਲ ਨਿਭਾਉਣ ਦਾ ਸੱਚੇ ਪਾਤਸ਼ਾਹ ਨੇ ਬਲ ਬਖਸ਼ਿਆ। ਐਂਡ ਮੈਨੂੰ ਲੱਗਦਾ ਕਿ ਕਈ ਵਾਰੀ ਜੇ ਥੋੜੀ ਨੀਅਤ ਸਾਫ਼ ਹੋਵੇ ਨਾ ਤੇ ਰੱਬ ਵੱਡੇ ਵੱਡੇ ਸਮੁੰਦਰ ਵੀ ਲੰਘਾ ਦਿੰਦਾ ਹੈ। ਸੋ ਨੀਅਤ ਸਾਫ਼ ਹੈ, ਨੀਤੀ ਬਿਲਕੁਲ ਸਾਫ਼ ਹੈ, ਸੋ ਕੋਈ ਐਸੀ ਗੱਲ ਨਹੀਂ ਹੈ ਔਰ ਲੋਕਾਂ ਦੇ ਸਾਥ ਮਿਲ ਰਿਹਾ ਹੈ ਔਰ ਉਮੀਦ ਹੈ ਕਿ ਲੰਘ ਜਾਵਾਂਗੇ, ਇਹ ਵੀ ਪਾਰ ਕਰ ਲਵਾਂਗੇ। ਵੜਿੰਗ ਸਾਹਿਬ, ਉਸ ਟਾਈਮ ਦੇ ਵਿੱਚ ਤੁਹਾਨੂੰ ਪ੍ਰਧਾਨਗੀ ਮਿਲੀ ਹੈ ਜਦੋਂ ਪਾਰਟੀ ਸੱਤਾ ਧਿਰ ਦੇ ਵਿੱਚੋਂ ਵਿਰੋਧੀ ਧਿਰ 'ਚ ਆ ਗਈ। ਬਿਲਕੁਲ ਮਾਨਸ਼ਈਆ ਸਾਹਿਬ, ਸਵਾਦ ਵੀ ਉਦੋਂ ਹੀ ਆਉਂਦਾ ਹੈ। ਸੱਤਾ 'ਚ ਤਾਂ ਫਿਰ ਕੰਮ ਕਰਨ ਦਾ ਸਵਾਦ ਆਉਂਦਾ ਨਹੀਂ ਔਰ ਮੈਨੂੰ ਤਾਂ ਰੱਬ ਦਿੰਦਾ ਹੀ ਇਹੋ ਜਿਹੇ ਟਾਸਕ ਹੈ। ਚਾਹੇ 2012 ਦੀ ਚੋਣ, ਪਹਿਲਾ ਚੁਣਾਵ, ਗਿੱਦੜਬਾਹ ਅਸੰਭਵ ਲੋਕ ਕਹਿੰਦੇ ਸੀ, ਲੇਕਿਨ ਲੋਕਾਂ ਨੇ ਤੇ ਬਾਬੇ ਨਾਨਕ ਨੇ ਸੰਭਵ ਕਰ ਵਿਖਾਇਆ। ਫਿਰ ਇਸ ਵਾਰੀ ਵਾਲਾ ਟਾਸਕ, ਇੰਨੀ ਹਨੇਰੀ ਦੇ ਵਿੱਚ ਫੇਰ ਡਿੱਗਦੇ ਡਗਾਉਂਦੇ ਫਿਰ ਰੱਬ ਨੇ ਖੜਾ ਰੱਖਿਆ। ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ। UPA ਦੀ ਸਰਕਾਰ ਗਈ ਸੀ, ਲੇਕਿਨ ਉੱਥੇ ਵੀ ਪਰਫਾਰਮ ਕਰਨ ਦਾ ਮੌਕਾ ਮਿਲਿਆ। ਬੀਇੰਗ ਏ ਮਿਨਿਸਟਰ 3 ਮਹੀਨੇ ਮਿਲੇ। ਸੋ ਮੈਨੂੰ ਲੱਗਦਾ ਕਿ ਸੱਤਾ ਤੋਂ ਬਾਹਰ ਜਦੋਂ ਵਿਅਕਤੀ ਹੁੰਦਾ ਉਦੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਉਦੋਂ ਬੰਦੇ ਦੀ ਅਸਲੀ ਕਾਬਲੀਅਤ ਹੈ ਜਿਹੜੀ ਉਹ ਨਜ਼ਰ ਆਉਂਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਲਗਭਗ 2 ਮਹੀਨੇ ਹੋਣ ਵਾਲੇ ਨੇ। ਕਿਵੇਂ ਵੇਖਦੇ ਹੋ ਕਾਰਗੁਜ਼ਾਰੀ ਨੂੰ? ਮਾਨਸ਼ਈਆ ਸਾਹਿਬ, ਕਾਰਗੁਜ਼ਾਰੀ ਜੇ ਮੈਂ ਕਹਿ ਦਿਆਂਗਾ ਕਿ ਵਧੀਆ ਨਹੀਂ ਹੈ ਤਾਂ ਕਈ ਲੋਕ ਨਾਰਾਜ਼ ਹੋ ਜਾਂਦੇ ਇਸ ਗੱਲ ਤੇ। ਉਹ ਕਹਿਣ ਲੱਗ ਪੈਂਦੇ ਕਿ ਹਜੇ ਸਮਾਂ ਨਹੀਂ, ਤੁਸੀਂ ਉਹਨਾਂ ਨੂੰ ਪੂਰਾ ਦੇ ਰਹੇ, ਉਹਨਾਂ ਨੂੰ ਸਮਾਂ ਦਿਓ, ਤੁਸੀਂ 5 ਸਾਲ ਕੱਢੇ ਨਹੀਂ। ਸੋ ਇਸ ਕਰਕੇ ਬਹੁਤੀ ਟਿੱਪਾ ਟਿੱਪਣੀ ਕਰਦਾ ਨਹੀਂ, ਲੇਕਿਨ ਹਜੇ ਤੱਕ ਗਰਾਊਂਡ ਰਿਐਲਿਟੀ ਇਹ ਹੈ ਕਿ ਕੁਝ ਹੋਇਆ ਨਹੀਂ। ਪਹਿਲੀ ਸਰਕਾਰ ਹੈ ਜਿਹਨੇ ਇੰਨੀ ਛੇਤੀ ਕ੍ਰਿਟਿਸਿਜ਼ਮ ਹੋ ਰਿਹਾ ਹੈ ਔਰ ਇੱਕ ਚੰਗਾ ਕੰਮ ਵੀ ਕੀਤਾ ਜਿਹੜਾ ਜ਼ਮੀਨ ਵਾਲਾ। ਬਾਕੀ ਤਾਂ ਫੈਸਲੇ ਹਵਾ 'ਚ ਹੈ, ਚਾਹੇ ਉਹ 100 ਯੂਨਿਟ 300 ਯੂਨਿਟ ਕਰਨ ਵਾਲਾ, ਚਾਹੇ ਆਟਾ ਦੇਣ ਵਾਲਾ, ਚਾਹੇ ਉਹ ਗੈਂਗਸਟਰਾਂ ਦੇ ਖਿਲਾਫ ਬਣਾਈ ਟਾਸਕ ਫੋਰਸ ਉਹ ਵਾਲਾ। ਦਿਨ ਦਿਹਾੜੇ ਹੁਣ ਕ੍ਰਾਈਮ ਹੋ ਰਿਹਾ, ਅੱਜ ਵੀ ਕੋਈ ਕ੍ਰਾਈਮ ਹੋਏ ਹੈ। ਲਾਅ ਐਂਡ ਆਰਡਰ ਦੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈ। ਹਜੇ ਕੋਈ ਗੱਲਬਾਤ ਹੋਈ ਨਹੀਂ ਹੈ ਗਰਾਊਂਡ ਤੇ। ਹਾਂ, ਇੱਕ ਜਿਹੜਾ ਕਿ ਇੱਕ ਅੱਧੀ ਜਗ੍ਹਾ ਤੇ ਸਰਕਾਰੀ ਜ਼ਮੀਨ ਨੂੰ ਜਿਹੜਾ ਛਡਾਉਣ ਵਾਲਾ ਉਪਰਾਲਾ ਹੈ, ਇਹ ਚੰਗਾ ਕੀਤਾ ਸਰਕਾਰ ਨੇ। ਮੈਂ ਉਹਦੀ ਜਿਹੜਾ ਉਹਨਾਂ ਦਾ ਮਿਸਟਰ ਧਾਲੀਵਾਲ ਨੇ, ਜਿਹੜੇ ਵੀ ਮਿਨਿਸਟਰ ਨੇ, ਮੈਂ ਤਾਰੀਫ ਵੀ ਕਰਦਾ। ਔਰ ਸਰਕਾਰੀ ਜ਼ਮੀਨਾਂ ਤੇ ਕਿਸੇ ਵੀ ਵਿਅਕਤੀ ਦੇ ਜਿਹੜੇ ਕਬਜ਼ੇ ਹੈ ਉਹ ਨਹੀਂ ਹੋਣੇ ਚਾਹੀਦੇ। ਉਹ ਸਰਕਾਰ ਦੀ ਜ਼ਮੀਨ ਹੈ, ਸਰਕਾਰ ਉਹਨਾਂ ਨੂੰ ਲੇਖੇ ਲਾਵੇ, ਕੰਮ ਲਾਵੇ। ਸੋ ਹੋਰ ਕੋਈ ਕੰਮ ਹੋਇਆ ਨਹੀਂ ਹੈ। ਸੋ ਬਹੁਤਾ ਕੋਈ ਮਾੜਾ ਬੋਲਾਂਗਾ ਜਾਂ ਕੁਛ ਐਸੇ ਸ਼ਬਦ ਕਵਾਂਗਾ ਤਾਂ ਮੇਰੇ ਖਿਆਲ ਜਨਤਾ ਨੂੰ ਚੰਗਾ ਨਹੀਂ ਲੱਗੇਗਾ। ਹੋਰ ਸਮਾਂ ਦੇ ਦਿੰਦੇ, 1 ਮਹੀਨਾ ਹੋਰ, ਹਜੇ 55 ਦਿਨ ਹੋਏ ਹੈ, 1 ਮਹੀਨੇ ਹੋਰ ਸਮਾਂ ਦੇ ਦਿੰਦੇ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹੈ ਕਿ
ਕਾਂਗਰਸੀ 31 ਮਈ ਤੱਕ ਜ਼ਮੀਨਾਂ ਖਾਲੀ ਕਰ ਦੇਣ ਨਜਾਇਜ਼ ਕਬਜ਼ਿਆਂ ਵਾਲੀਆਂ, ਨਹੀਂ ਤਾਂ ਕਹਿੰਦਾ ਫਿਰ ਅਸੀਂ ਬੰਦੇ ਬਣਾ ਦਿਆਂਗੇ। ਨਹੀਂ, ਇਹ ਮੁੱਖ ਮੰਤਰੀ ਸਾਹਿਬ 'ਚ ਮੈਨੂੰ ਲੱਗਦਾ ਥੋੜੀ ਐਰੋਗੈਂਸ ਆ ਗਈ ਹੈ ਨਹੀਂ ਸੀ। ਹੀ ਵਾਜ਼ ਜਦੋਂ ਪਹਿਲਾਂ ਐਮਪੀ ਬਣੇ ਉੱਦਾਂ ਦਾ ਹੀ ਰਹਿਣਾ ਚਾਹੀਦਾ ਉਹਨਾਂ ਨੂੰ, ਕਿਉਂਕਿ ਜਿਹੜੀ ਬੰਦੇ ਦੀ ਐਕਚੁਅਲੀ ਉਹ ਹੁੰਦਾ ਹੈ, ਬੰਦਾ ਜਿਹੜਾ ਹੁੰਦਾ ਉਹਨੂੰ ਆਪਦੇ ਆਪ ਨੂੰ ਚੇਂਜ ਨਹੀਂ ਕਰਨਾ ਚਾਹੀਦਾ, ਬਦਲਣਾ ਨਹੀਂ ਚਾਹੀਦਾ। ਉਹਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਵੀ ਜ਼ਮੀਨਾਂ 'ਤੇ ਕਬਜ਼ੇ ਕੀਤੇ ਆ, ਕਾਂਗਰਸੀਆਂ ਨੇ ਤਾਂ ਇਕੱਲਿਆਂ ਨਹੀਂ ਕੀਤੇ, ਨਹੀਂ ਹੋਣੇ, ਹੋ ਸਕਦਾ ਕਿਤੇ ਕਾਂਗਰਸੀ ਵੀ ਹੋਣ, ਪਰ ਮੈਂ ਚਾਹੁੰਦਾ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਕਿ ਬਿਲਕੁਲ ਜਿਹੜੇ ਲੋਕ ਜ਼ਮੀਨਾਂ 'ਤੇ ਸਰਕਾਰੀਆਂ 'ਤੇ ਕਾਬਜ਼ ਹਨ, ਲੇਕਿਨ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇ ਉਹ ਨਹੀਂ ਛੱਡਦੇ, ਲੇਕਿਨ ਇੱਕ ਅੱਖ ਦੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਕਿਸੇ ਦੇ ਨਾਲ ਵੀ ਇਹ ਫਲਾਨਾ ਬੰਦਾ ਹੈ ਜਾਂ ਫਲਾਨਾ, ਫਿਰ ਉਹ ਵਧੀਆ ਨਹੀਂ ਹੋਏਗਾ। ਰਹੀ ਗੱਲ, ਜਿਹੜੀ ਗੱਲ ਪਿਆਰ ਨਾਲ ਹੋ ਸਕਦੀ ਹੈ, ਉਹ ਸ਼ਾਇਦ ਗੁੱਸੇ ਨਾਲ ਤੇ ਧੱਕੇ ਨਾਲ ਕੀਤੀ ਨਹੀਂ ਜਾ ਸਕਦੀ। ਇਹੀ ਗੱਲ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ, ਉਹ ਪਿਆਰ ਨਾਲ ਕਹਿਣ ਕਿ ਸਤਿਕਾਰਯੋਗ ਪੰਜਾਬੀਓ, ਤੁਹਾਡਾ ਬਹੁਤ ਪਿਆਰ ਕਿ ਤੁਸੀਂ ਮੈਨੂੰ ਮੁੱਖ ਮੰਤਰੀ ਬਣਾਇਆ, ਲੇਕਿਨ ਜਿਨ੍ਹਾਂ ਨੇ ਵੀ ਜ਼ਮੀਨਾਂ 'ਤੇ ਕਬਜ਼ੇ ਕੀਤੇ ਹੋਏ ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਬਾਈ ਜੀ, ਨਵਜੋਤ ਸਿੰਘ ਸਿੱਧੂ ਬੜੀ ਤਾਰੀਫ ਕਰਦੇ ਨੇ ਭਗਵੰਤ ਮਾਨ ਹੋਰਾਂ ਦੀ। ਪਿਛਲੇ ਦਿਨੀ ਉਹਨਾਂ ਨੇ ਮੀਟਿੰਗ ਕੀਤੀ ਆ, ਉਹ ਕਹਿੰਦੇ ਵੀ ਭਗਵੰਤ ਮਾਨ ਦੀ ਇਮਾਨਦਾਰੀ ਤੇ ਮੈਨੂੰ ਕੋਈ ਬੜਾ ਸ਼ੱਕ ਨਹੀਂ ਹੈਗਾ। ਸਿੱਧੂ ਸਾਹਿਬ ਤਾਂ ਮੇਰੀ ਵੀ ਤਾਰੀਫ ਕਰਦੇ ਰਹੇ, ਤੁਹਾਡੀ ਵੀ ਤਾਰੀਫ ਖਾਸੀ ਕਰਦੇ ਰਹੇ ਨੇ, ਥੋੜੀ ਨਹੀਂ ਕਰਦੇ ਸੀ, ਕਾਫੀ ਬਹੁਤ। ਤੇ ਉਹ ਕਹਿੰਦੇ ਆ ਕਿ ਅਸੀਂ ਮਿਲ ਕੇ ਪੰਜਾਬ ਦਾ ਸਿਸਟਮ ਜਿਹੜਾ ਵਿਗੜਿਆ ਹੋਇਆ ਸੁਧਾਰਾਂਗੇ। ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਵੱਖਰਾ ਧੜਾ ਪਲਾ ਕੇ ਵੀ ਚੱਲ ਰਹੇ ਨੇ, ਤੁਹਾਡੇ ਪੈਰਲਲ ਅਲੱਗ ਲੀਡਰਸ਼ਿਪ ਖੜੀ ਕਰਕੇ ਅਲੱਗ-ਅਲੱਗ ਗਤੀਵਿਧੀਆਂ ਚਲਾ ਰਹੇ ਨੇ। ਅਨੁਸ਼ਾਸਨ ਦੀ ਤੁਸੀਂ ਗੱਲ ਕੀਤੀ ਹੈ, ਮੇਰੇ ਸਵਾਲ ਤੁਹਾਡੇ ਨਾਲ ਕੋਰਿਲੇਟ ਕਰ ਰਹੇ ਆ, ਦੋ ਤਿੰਨ ਇਕੱਠੇ ਨੇ। ਇਹ ਕਾਂਗਰਸ ਪਾਰਟੀ ਜਾ ਕਿੱਧਰ ਨੂੰ ਰਹੀ ਹੈ? ਕਿੰਨੇ ਧੜੇ ਕਾਂਗਰਸ ਪਾਰਟੀ ਦੇ ਵਿੱਚ ਹੈਗੇ ਨੇ? ਤੁਸੀਂ ਹੋਗੇ ਤੇ ਐਜ਼ ਏ ਪ੍ਰਧਾਨ ਤੁਹਾਨੂੰ ਕਮਾਨ ਸੰਭਾਲੀ ਗਈ ਹੈ, ਤੁਹਾਨੂੰ ਤਾਂ ਇੱਕ ਆਫੀਸ਼ੀਅਲੀ ਲਾਇਆ ਗਿਆ। ਨਵਜੋਤ ਸਿੰਘ ਸਿੱਧੂ ਅਕਸਰ ਹੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਿਉਂ ਕਰਦੇ ਨੇ? ਤੇ ਸੁਨੀਲ ਜਾਖੜ ਹੋਰਾਂ ਦਾ ਐਪੀਸੋਡ ਪਿਛਲੀ ਵਾਰੀ ਹੋਇਆ। ਕਿੰਨੇ ਧੜੇ ਕਾਂਗਰਸ ਪਾਰਟੀ ਦੇ ਵਿੱਚ ਚੱਲ ਰਹੇ ਨੇ? ਕਦੋਂ ਇਹਨਾਂ ਨੂੰ ਇਸ ਸਿਸਟਮ ਨੂੰ, ਕਿਉਂਕਿ ਤੁਹਾਡੇ ਤੇ ਜ਼ਿੰਮੇਵਾਰੀ ਪਾ ਕੇ ਰਾਹੁਲ ਗਾਂਧੀ ਨੇ ਕੋਈ ਤਾਂ ਦਿਸ਼ਾ ਸੋਚੀ ਹੋਣੀ ਹੈ ਇਕੱਠੇ ਕਰਨ ਦੀ, ਕਿੰਨਾ ਕੁ ਚਿਰ ਚੱਲਦਾ ਰਹੂਗਾ ਪਾਰਟੀ ਦੇ ਵਿੱਚ? ਮਾਨ ਸ਼ਈਆ ਸਾਹਿਬ, ਪਹਿਲਾਂ ਤਾਂ ਕੋਈ ਧੜਾ ਹੁੰਦਾ ਨਹੀਂ, ਧੜਾ ਇੱਕ ਹੀ ਹੈ ਕਾਂਗਰਸ ਪਾਰਟੀ। ਔਰ ਜਿਹੜੇ ਲੋਕ ਆਪਦਾ ਇੰਡੀਵਿਜੂਅਲ ਧੜਾ ਬਣਾਉਂਦੇ ਚਾਹੁੰਦੇ ਨੇ ਜਾਂ ਬਣਾਉਂਦੇ ਨੇ, ਉਹ ਕੋਈ ਵੀ ਨਹੀਂ, ਆਈ ਐਮ ਨਾਟ ਨੇਮਿੰਗ ਐਨੀਬਡੀ, ਉਹ ਕਾਂਗਰਸ ਪਾਰਟੀ ਦੇ ਹੋ ਹੀ ਨਹੀਂ ਸਕਦੇ। ਕਿਉਂਕਿ ਅਗਰ ਰਾਜਾ ਵੜਿੰਗ ਕਹੇ ਕਿ ਮੈਂ ਕੋਈ ਧੜਾ ਬਣਾਉਣਾ ਹੈ ਜਾਂ ਮੇਰਾ ਇੱਕ ਧੜਾ ਹੋਵੇ, ਫਿਰ ਕੰਮ ਨਹੀਂ ਚੱਲੇਗਾ। ਰਾਜਾ ਵੜਿੰਗ ਦੇ ਨਾਂ ਰਾਜਾ ਵੜਿੰਗ ਕਰਕੇ ਕਾਂਗਰਸ ਨਹੀਂ ਹੈ, ਕਾਂਗਰਸ ਕਰਕੇ ਰਾਜਾ ਵੜਿੰਗ ਹੈ। ਇਹ ਗੱਲ ਲੋਕਾਂ ਨੂੰ ਆਪਦੇ ਚੈਨ 'ਚ ਪਾ ਲੈਣੀ ਚਾਹੀਦੀ ਹੈ। ਜਿੱਥੋਂ ਤੱਕ ਸਿੱਧੂ ਸਾਹਿਬ ਕਿਸੇ ਦੀ ਤਾਰੀਫ ਕਰਦੇ ਨੇ, ਉਹ ਉਹਨਾਂ ਦਾ ਇੰਡੀਵਿਜੂਅਲੀ ਡਿਸੀਜ਼ਨ ਹੈਗਾ। ਹੋ ਸਕਦਾ ਉਹਨਾਂ ਨੂੰ ਕੋਈ ਚੰਗਾ ਲੱਗਦਾ ਹੋਵੇ, ਕੋਈ ਕਿਸੇ ਦਾ ਫੈਸਲਾ ਚੰਗਾ ਲੱਗਦਾ, ਕੋਈ ਇਤਰਾਜ਼ ਨਹੀਂ ਹੈ। ਜਿੱਥੋਂ ਤੱਕ ਉਹ ਮਿਲਣੀ ਹੈ ਉਹਨਾਂ ਦੀ, ਮੈਨੂੰ ਉਹਦੇ ਤੇ ਵੀ ਕੋਈ ਇਤਰਾਜ਼ ਨਹੀਂ। ਅਗਰ ਦੋ ਸਿਆਣੇ ਬੰਦੇ ਬਹਿ ਕੇ ਕੋਈ ਸਲਾਹ ਮਸ਼ਵਰਾ ਕਰਦੇ ਨੇ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰਦੇ ਨੇ, ਤੇ ਉਹਦੇ ਤੇ ਕਿਸੇ ਨੂੰ ਕੋਈ ਇਤਰਾਜ਼ ਹੋਣਾ ਨਹੀਂ ਚਾਹੀਦਾ। ਜਿੱਥੋਂ ਤੱਕ ਕਈ ਡਿਸਿਪਲਿਨ ਦੀ ਗੱਲ, ਕਿ ਮੈਨੂੰ ਰਾਹੁਲ ਗਾਂਧੀ ਨੇ ਬਣਾਇਆ, ਬਿਲਕੁਲ 100%। ਮੈਂ ਪਹਿਲੇ ਦਿਨ ਵੀ ਕਿਹਾ ਸੀ ਔਰ ਅੱਜ ਵੀ ਕਹਿਣਾ, ਡਿਸਿਪਲਿਨ ਮਾਨ ਸ਼ਈਆ ਸਾਹਿਬ ਪਾਰਟੀ ਦੇ ਵਿੱਚ ਕਾਇਮ ਰਹੇਗਾ ਜੀ। ਜਿਸ ਕਿਸੇ ਵਿਅਕਤੀ ਨੂੰ ਵੀ ਕਿਸੇ ਤੋਂ ਦਿੱਕਤ ਹੈ, ਉਹ ਪਾਰਟੀ ਫੋਰਮ ਤੇ ਆ ਕੇ ਗੱਲ ਕਰੇਗਾ। ਬੇਸ਼ੱਕ ਉਹ ਕੋਈ ਵੱਡਾ ਲੀਡਰ ਹੈ, ਬੇਸ਼ੱਕ ਉਹ ਛੋਟਾ ਲੀਡਰ ਹੈ, ਅਸੀਂ ਸਭ ਦਾ ਸਤਿਕਾਰ ਕਰਦੇ ਹਾਂ, ਛੋਟੇ ਤੋਂ ਛੋਟਾ। ਅਸੀਂ ਜੋੜਨਾ ਚਾਹੁੰਦੇ ਹਾਂ ਹਰ ਇੱਕ ਨੂੰ ਆਪਦੇ ਨਾਲ ਜੀ। ਅਗਰ ਕਿਸੇ ਦੀ ਕੋਈ ਈਗੋ ਪ੍ਰੋਬਲਮ ਹੈ, ਕਿਸੇ ਨੂੰ ਲੱਗਿਆ ਕਿ ਸਾਥੋਂ ਗਲਤੀ ਹੋਈ ਹੈ, ਉਹਨੂੰ ਜਾ ਕੇ ਅਸੀਂ ਮਨਾ ਵੀ ਸਕਦੇ ਹਾਂ। ਕੋਈ ਰਾਜੇ ਵੜਿੰਗ 'ਚ ਇਸ ਗੱਲ ਨੂੰ ਲੈ ਕੇ ਕੋਈ ਈਗੋ ਨਹੀਂ ਹੋਣੀ ਚਾਹੀਦੀ ਵੀ ਬਤੌਰ ਪ੍ਰਧਾਨ। ਪਰ ਅਗਰ ਕੋਈ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ਦੀ ਗੱਲ ਕਰੇਗਾ, ਤੋੜਨ ਦੀ ਗੱਲ ਕਰੇਗਾ, ਆਪਣਾ ਧੜਾ ਅਲੱਗ ਬਣਾਉਣ ਦੀ ਗੱਲ ਕਰੇਗਾ, ਉਹਨੂੰ ਹੁਣ ਜਾਣਾ ਹੋਏਗਾ। ਉਹ ਕੋਈ ਵੀ ਵਿਅਕਤੀ ਹੈ, ਚਾਹੇ ਉਹ ਵੱਡਾ ਹੈ ਚਾਹੇ ਉਹ ਛੋਟਾ ਹੈ, ਧੜਾ ਇੱਕ ਹੀ
ਕਾਂਗਰਸ, ਧੜਾ 21, ਝੰਡਾ ਤਿਰੰਗਾ ਤੇ ਪੰਜੇ ਦਾ ਨਿਸ਼ਾਨ। ਜਿਹਨੂੰ ਇਹ ਨਾਮਨਜ਼ੂਰ ਹੋਏਗਾ ਉਹ ਅਲਵਿਦਾ ਕਹਿ ਸਕਦਾ ਹੈ ਤੇ ਉਹ ਜਾ ਸਕਦਾ ਹੈ, ਕਿਉਂਕਿ ਸਭ ਤੋਂ ਪ੍ਰਾਇੋਰਟੀ ਸਾਨੂੰ ਕਿਸੇ ਤੋਂ ਡਰ ਨਹੀਂ ਹੈ, ਸਾਨੂੰ ਕਿਸੇ ਤੋਂ ਆਪੱਤੀ ਨਹੀਂ ਹੈ, ਕੋਈ ਦਿੱਕਤ ਨਹੀਂ ਹੈ। ਮੈਨੂੰ ਲੱਗਦਾ ਸਾਨੂੰ ਆਪਦੀਆਂ ਨੀਹਾਂ ਮਜ਼ਬੂਤ ਕਰਨ ਦੀ ਲੋੜ ਹੈ, ਫਿਰ ਅਸੀਂ ਕਿਸੇ ਵੀ ਹਨੇਰੀ ਤੇ ਭੁਚਾਲ ਦਾ ਮੁਕਾਬਲਾ ਕਰ ਸਕਦੇ ਹਾਂ। ਜੇ ਸਾਡੀਆਂ ਨੀਹਾਂ ਕਮਜ਼ੋਰ ਨੇ, ਘਰ ਦੀ ਨਿਉਂ ਕਮਜ਼ੋਰ ਹੈ, ਤੇ ਫਿਰ ਗੱਲ ਨਹੀਂ ਬਣੇਗੀ। ਤੇ ਮੈਨੂੰ ਆਪਣੇ ਆਪ ਤੇ ਇਹ ਵਿਸ਼ਵਾਸ ਹੈ ਕਿ ਮੈਂ ਮਿਸਤਰੀ ਚੰਗਾ ਹੈ, ਘਰ ਦੀਆਂ ਨੀਹਾਂ ਬਹੁਤ ਮਜ਼ਬੂਤ ਕਰਾਂਗੇ ਤਾਂ ਜੋ ਕੋਈ ਹਨੇਰੀ ਤੇ ਕੋਈ ਭੁਚਾਲ ਇਹਨੂੰ ਹਿਲਾ ਨਾ ਸਕੇ। ਕਿਉਂਕਿ ਬਾਦਲਾਂ ਨਾਲ ਤਾਂ ਤੁਸੀਂ ਜੰਗ ਲੜਦੇ ਰਹੇ, ਅਕਸਰ ਤੁਹਾਡੇ ਬਿਆਨ ਬੜੇ ਤਿੱਖੇ ਹੁੰਦੇ ਸੀ, ਮੈਂ ਤੁਹਾਡੀਆਂ ਰੈਲੀਆਂ 'ਚ ਵੀ ਦੇਖਿਆ ਸੀ। ਕਹਿੰਦੇ ਤੁਹਾਡੇ ਅਕਸਰ ਜਿਹੜੇ ਸਟੇਜ ਤੇ ਗਾਣੇ ਜੇ ਚੱਲਦੇ ਹੁੰਦੇ ਸੀ ਨਾ, ਲੋਕਾਂ ਦੇ ਵਿੱਚ ਜਿਹੜੀ ਚਰਚਾ ਸੀ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਗੱਭਰੂ ਕਿੱਥੋਂ ਕਿੱਥੋਂ ਡਿਲੀਟ ਹੋਊ। ਪਰ ਕਾਂਗਰਸ ਦੇ ਵਿੱਚ ਕਿਵੇਂ ਕਰੋਗੇ? ਬਾਦਲਾਂ ਨਾਲ ਤਾਂ ਪੰਗਾ ਲੈ ਲਿਆ, ਇੱਥੇ ਤਾਂ ਤੁਹਾਡੇ ਵਿਰੋਧੀ ਇੰਨੇ ਨੇ। ਯੂਥ ਦੇ ਵਿੱਚ ਰਾਜਾ ਵੜਿੰਗ, ਮਨਪ੍ਰੀਤ ਬਾਦਲ ਦੀ ਗੱਲ ਕਰ ਲੈਂਦੇ ਆ, ਚਲੋ ਤੁਹਾਡੇ ਹਲਕੇ ਦੇ ਬੜਾ ਨੇੜੇ ਪੈਂਦੇ ਨੇ। ਮੈਨੂੰ ਤਾਂ ਕੋਈ ਜਿੱਦੇ ਦੇ ਪ੍ਰਧਾਨ ਬਣੇ ਹੋ ਕਦੇ ਚਾਹ ਚੋ ਪੀਤੀ ਕਿ ਨਹੀਂ? ਮੈਨੂੰ ਤਾਂ ਕੋਈ ਵਿਰੋਧੀ ਲੱਗਦਾ ਹੀ ਨਹੀਂ ਹੈ। ਹੁਣ ਮੇਰੀ ਅੱਖ ਹੀ ਬਦਲ ਗਈ ਹੈ। ਕਹਿੰਦੇ ਬਾਦਲ ਹੀ ਹਰਾਉਣ ਨੂੰ ਫਿਰਦੇ ਸੀ। ਸ਼ਿਵਾਨੀ ਜੀ ਓਮ ਸ਼ਾਂਤੀ ਵਾਲੇ ਕਈ ਵਾਰੀ ਸੁਣਾਉਂਦੇ ਨੇ ਕਿ ਤੁਹਾਡੇ ਸਾਹਮਣੇ ਨੈਗੇਟਿਵ ਵੀ ਬੰਦਾ ਜਿਹੜਾ ਤੁਹਾਨੂੰ ਗਾਲਾਂ ਕੱਢਦਾ, ਮੈਂ ਉਹਨਾਂ ਨੂੰ ਸੁਣਿਆ, ਓਮ ਸ਼ਾਂਤੀ ਮੈਡਮ ਸ਼ਿਵਾਨੀ ਜੀ, ਹਾਲਾਂਕਿ ਮੈਂ ਬਹੁਤਾ ਵਿਸ਼ਵਾਸ ਨਹੀਂ ਕਰਦਾ ਇੱਧਰ ਉੱਧਰ ਕਿਸੇ ਗੱਲ 'ਚ, ਬਟ ਉਹ ਚੰਗੀਆਂ ਕਈ ਵਾਰੀ। ਤੇ ਉਹ ਕਹਿੰਦੇ ਕਿ ਜੇ ਦੁਸ਼ਮਣ ਸਾਹਮਣੇ ਗਾਲਾਂ ਕੱਢ ਰਿਹਾ ਤਾਂ ਤੁਸੀਂ ਆਪਦੇ ਮਨ 'ਚ ਸੋਚ ਰਹੇ ਹੋ ਕਿ ਨਹੀਂ ਮੈਨੂੰ ਗਾਲ ਨਹੀਂ ਕੱਢ ਸਕਦਾ, ਤੇ ਉਹ ਪੋਜ਼ਿਟਿਵਿਟੀ ਆਏਗੀ, ਉਹਦੇ 'ਚ ਵੀ ਆ ਜਾਏਗੀ, ਉਹਦੇ 'ਚ ਤਬਦੀਲੀ ਆ ਜਾਏਗੀ। ਸੋ ਹੁਣ ਮੈਂ ਥੋੜਾ ਸ਼ਿਵਾਨੀ ਜੀ ਨੂੰ ਸੁਣਨ ਲੱਗ ਪਿਆ। ਸੋ ਦੁਸ਼ਮਣ ਦੇ ਪ੍ਰਤੀ ਵੀ ਪੋਜ਼ਿਟਿਵਿਟੀ ਰੱਖਿਓ। ਪਰ ਜਿੱਥੇ ਗੱਲ ਹੈ ਕਿ ਦਬਣ ਵਾਸਤੇ ਤਾਂ ਸਾਡੇ ਗੁਰੂ ਨੇ ਸਾਨੂੰ ਦੱਸਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿ ਦਬਣਾ ਤਾਂ ਹੈ ਹੀ ਨਹੀਂ, ਹਮੇਸ਼ਾ ਖਾਲਸਾ ਜਿਹੜਾ ਅਸਲ ਖਾਲਸਾ ਹੈ, ਅਸਲ ਖਾਲਸਾ ਕੋਈ ਕੇਵਲ ਗੁਰੂ ਦੇ ਬਸਤਰ ਪਾਉਣ ਨਾਲ ਨਹੀਂ ਹੋ ਜਾਂਦਾ, ਗੁਰੂ ਦੇ ਬਾਣੇ 'ਚ ਰਹਿਣ ਨਾਲ, ਉਹ ਵੀ ਬਹੁਤ ਚੰਗੀ ਗੱਲ ਹੈ ਜੇ ਕੋਈ ਰਹੇ। ਲੇਕਿਨ ਖਾਲਸਾ ਉਹ ਹੈ ਜਿਹੜਾ ਚੜ੍ਹਦੀ ਕਲਾ 'ਚ ਰਵੇ ਤੇ ਜਿਹੜਾ ਕਿਸੇ ਤੋਂ ਦਬੇ ਨਾ ਤੇ ਸੱਚ ਦੀ ਗੱਲ ਕਰੇ। ਸੋ ਮਨਪ੍ਰੀਤ ਦਾ ਕਿੱਸਾ ਕੀ ਹੈ ਫਿਰ ਤੁਹਾਡੇ ਨਾਲ? ਹੁਣ ਨਹੀਂ ਦੇਖੋ, ਜਦੋਂ ਅਸੀਂ ਮੇਰੀ ਇੱਕ ਖਾਸੀਅਤ ਹੈ, ਮੈਂ ਜਦੋਂ ਲੀਡਰ ਦੀ ਇੰਟਰਵਿਊ ਕਰਦਾ ਸੱਚ ਬੋਲਣਾ ਤਾਂ ਫਿਰ ਤੁਹਾਨੂੰ ਪੈਣਾ ਹੀ ਹੈ। ਦੇਖੋ ਮਾਨ ਸ਼ੇਖਰ ਸਾਹਿਬ, ਆਪਦੇ ਮਤਭੇਦ ਵੀ ਹੁੰਦੇ ਹੈਗੇ ਵੀ ਨਹੀਂ। ਤੁਸੀਂ ਔਨ ਦੀ ਰਿਕਾਰਡ ਕਿਹਾ ਸੀ ਕਿ ਮੈਨੂੰ ਬਾਹਰ ਵਾਲੇ ਬਾਦਲ ਤਾਂ ਹਰਾਉਂਦੇ ਨੇ, ਮੈਨੂੰ ਮੇਰੇ ਅੰਦਰ ਵਾਲੇ ਬਾਦਲ ਵੀ ਹਰਾਉਣ ਲੱਗੇ ਨੇ। ਠੀਕ ਹੈ, ਉਹ ਵੀ ਪਾਰਟੀ ਦੇ ਕੋਲੇ। ਅੱਜ ਤੁਸੀਂ ਪ੍ਰਧਾਨ ਹੋ, ਬਿਲਕੁਲ। ਹੁਣ ਮੈਂ ਤੁਸੀਂ ਜਸਟਿਸ ਕਰੋਗੇ ਜਾਂ ਤੁਸੀਂ ਉਸ ਤਰੀਕੇ ਨਾਲ ਹੀ ਬੈਚ ਕਰੋਗੇ? ਉਹ ਜਿਹੜਾ ਇਵੈਂਟ ਸੀਗੇ, ਉਹ ਹਾਲਾਤ ਸੀ, ਜਦੋਂ ਜਿਸ ਹਾਲਾਤਾਂ 'ਚ ਬੰਦਾ ਹੁੰਦਾ ਹੈ, ਉਸ ਹਾਲਾਤਾਂ 'ਚ ਬੰਦੇ ਨੇ ਕਿੱਦਾਂ ਉਹਨੂੰ ਨਿਕਲਣਾ ਹੈ, ਉਹਨਾਂ ਹਾਲਾਤਾਂ 'ਚੋਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਮਨਪ੍ਰੀਤ ਨਾਲ ਗੱਲ ਹੋਈ ਕਦੇ ਕੋਈ? ਪਹਿਲਾਂ ਸੁਣ ਲਓ, ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਹਾਲਾਤਾਂ 'ਚੋਂ ਮੈਂ ਨਿਕਲ ਚੁੱਕਿਆ। ਹੁਣ ਮੈਂ ਪਾਰਟੀ ਦਾ ਪ੍ਰਧਾਨ ਹਾਂ, ਹੁਣ ਮੈਂ ਪਾਰਟੀ ਦਾ ਪ੍ਰਧਾਨ ਹੈ, ਪਰ ਬਤੌਰ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਕੁਝ ਐਸੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਕੌਨਫੀਡੈਂਸ ਉਹਦੇ 'ਚ ਰੱਖਣੀਆਂ ਪੈਂਦੀਆਂ ਨੇ। ਉਹਨੂੰ ਉਜਾਗਰ ਨਹੀਂ ਕੀਤਾ ਜਾ ਸਕਦਾ, ਉਹਨੂੰ ਮੀਡੀਆ ਦੇ ਸਾਹਮਣੇ ਨਹੀਂ ਰੱਖਿਆ ਜਾ ਸਕਦਾ। ਜਿੱਥੋਂ ਤੱਕ ਗੱਲ ਦੀ ਗੱਲ ਹੈ, ਮੇਰੀ ਗੱਲ ਉਹਨਾਂ ਨਾਲ ਹੋਈ ਨਹੀਂ। ਉਹਨਾਂ ਨੇ ਵੀ ਨਹੀਂ ਕਦੇ ਫੋਨ ਕੀਤਾ? ਨਹੀਂ, ਉਹਨਾਂ ਨੇ ਵੀ ਨਹੀਂ ਕੀਤਾ, ਕਿਉਂਕਿ ਮੈਂ ਬਿਲਕੁਲ ਕੋਸ਼ਿਸ਼ ਕਰਦਾ ਵੀ ਕੋਈ ਚੀਜ਼ ਲੁਕੋਈ ਨਾ ਜਾਵੇ। ਆਮ ਤੌਰ ਤੇ ਇਹ ਹੁੰਦਾ ਕਿ ਲੀਡਰ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਹੁੰਦਾ। ਮੇਰਾ ਇੱਕ ਸਪਸ਼ਟ ਇਹ ਗੱਲ ਹੈ ਕਿ ਜੋ ਅੰਦਰੋਂ ਹੈ ਉਹੀ ਬਾਹਰੋਂ ਹੈ। ਬਿਲਕੁਲ ਡਬਲ ਸਟੈਂਡਰਡ ਰੱਖਣਾ ਹੀ ਨਹੀਂ ਆਪਦੇ ਆਪ। ਤੇ ਸ਼ਾਇਦ ਉਸੇ ਦਾ ਨਤੀਜਾ ਹੈ ਕਿ ਮੈਂ 3 ਵਾਰੀ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਚੁੱਕਿਆ ਤੇ 43-44 ਸਾਲਾਂ ਦੀ ਉਮਰ 'ਚ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਬਣੇ। ਵੜਿੰਗ ਸਾਹਿਬ, ਉਸ ਲਹਿਰ ਦੇ ਵਿੱਚੋਂ ਤੁਹਾਨੂੰ ਜਿੱਤ ਮਿਲੀ ਹੈ ਜਦੋਂ ਕਿ ਹਨੇਰੀ ਸੀ। 92 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲ ਗਈਆਂ। ਅਕਾਲੀ ਦਲ ਬਾਦਲ ਹਾਸ਼ੀਏ ਤੇ ਆ ਗਿਆ, 3 ਸੀਟਾਂ ਉਹਨਾਂ ਨੂੰ ਆਈਆਂ, 18 ਸੀਟਾਂ ਤੁਹਾਡੀ ਪਾਰਟੀ ਨੂੰ ਆ ਗਈਆਂ। ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਯੂਥ ਦੇ ਲਈ ਤੁਹਾਡੇ ਕੋਲੇ ਵਿਜ਼ਨ ਕੀ ਹੈ? ਤੁਸੀਂ ਐਜ਼ ਏ ਕਾਂਗਰਸ ਪ੍ਰੈਜ਼ੀਡੈਂਟ ਜਿਹੜਾ 5 ਸਾਲ ਤੁਸੀਂ ਸੰਘਰਸ਼ ਕਰਨਾ ਹੈ, ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਹੈ, ਲੋਕਾਂ ਨਾਲ ਵੱਡੇ ਵਾਅਦੇ ਹੋਏ ਨੇ। ਪਹਿਲਾਂ ਤੁਹਾਡੀ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ, ਵੱਡੇ ਵਾਅਦੇ ਕੀਤੇ ਸੀ, ਘਰ ਘਰ ਨੌਕਰੀ ਦੇਵਾਂਗੇ। ਕੈਪਟਨ ਅਮਰਿੰਦਰ ਸਿੰਘ ਕਾਫੀ ਦਗਜਵੇਂ ਮਾਰਦੇ ਸੀ, ਪਰ ਕੱਖ ਨਹੀਂ ਹੋਇਆ। ਪੰਜਾਬ ਦੇ ਲੋਕਾਂ ਨੇ ਫਿਰ ਆਮ ਆਦਮੀ ਪਾਰਟੀ ਨੂੰ ਚੁਣਿਆ। ਉਹਨਾਂ ਦੀਆਂ ਗਰੰਟੀਆਂ ਵੱਡੀਆਂ ਨੇ,
300 ਯੂਨਿਟ 310 ਯੂਨਿਟ ਦੀ ਗੱਲ ਹੁੰਦੀ ਸੀ, ਉਹਦੇ ਉੱਤੇ ਸਵਾਲ ਖੜੇ ਹੋਏ ਨੇ। ਨੌਕਰੀਆਂ ਦੀ ਗੱਲ ਹੈ, ਕਰਜ਼ਾ ਦੀ ਗੱਲ ਹੈ, ਕਿਸਾਨਾਂ ਦੀਆਂ ਖੁਦਕੁਸ਼ੀਆਂ ਵੀ ਹੁਣ ਹੋ ਰਹੀਆਂ ਨੇ, ਲਾ ਐਂਡ ਆਰਡਰ ਡੇਲੀ ਮਰਡਰ ਦੇ ਸਾਹਮਣੇ। 1 ਅਪ੍ਰੈਲ ਤੋਂ ਤੁਹਾਡਾ ਕੀ ਤੁਹਾਡਾ ਵਿਜ਼ਨ ਕੀ ਹੈ ਪੰਜਾਬ ਕੋਲ? ਤੁਹਾਡਾ ਕੀ ਵਿਜ਼ਨ ਹੈ? ਸੋ ਤੁਹਾਨੂੰ ਪਤਾ ਹੋਵੇਗਾ ਸ਼ਾਇਦ ਜਿੱਦੇ ਮੈਂ ਜੁਆਇਨ ਕੀਤਾ ਸੀ, ਮੈਂ ਆਖਿਆ ਸੀ 3 Ds ਦਾ ਇਸਤੇਮਾਲ ਕਰਨਾ ਹੈ ਅਸੀਂ ਲੋਕਾਂ ਨੇ। D for discipline, D for dedication and D for dialogue. ਡਾਇਲੌਗ ਯੰਗਸਟਰ ਨਾਲ, ਕਿਸਾਨ ਨਾਲ, ਮਜ਼ਦੂਰ ਨਾਲ, ਪੰਜਾਬ ਦੇ ਉਹਨਾਂ ਲੋਕਾਂ ਨਾਲ ਇੱਕ ਡਾਇਲੌਗ ਦੇ ਰਾਹੀਂ ਇੱਕ ਵਿਜ਼ਨ ਤਿਆਰ ਕੀਤਾ ਜਾਏਗਾ। ਕਾਂਗਰਸ ਪਾਰਟੀ, ਕਿਉਂਕਿ ਸਾਡੇ ਕੋਲ ਵੀ ਹੈਵ ਇਨਫ ਟਾਈਮ, ਉਹ ਵਿਜ਼ਨ ਤੇ ਕੰਮ ਕਰੇਗੀ। ਮੇਰਾ ਸੁਝਾਅ ਹੋ ਸਕਦਾ ਹੈ, ਅਸੀਂ ਪਾਰਟੀਆਂ ਨੇ ਹਮੇਸ਼ਾ ਹੀ ਆਪ ਦਾ ਵਿਜ਼ਨ ਲੋਕਾਂ ਦੇ ਸਾਹਮਣੇ ਰੱਖਿਆ, ਅਸੀਂ ਉਹ ਮੈਨੀਫੈਸਟੋ ਦੇ ਰਾਹੀਂ ਹੀ ਰੱਖ ਦਿੰਦੇ ਹਾਂ, ਚਾਹੇ ਆਪਦੀਆਂ ਗੱਲਾਂ ਦੇ ਰਾਹੀਂ ਰੱਖ ਦਿੰਦੇ ਹਾਂ, ਤੇ ਉਹ ਅਕਸਰ ਹੀ ਉਹਨੂੰ ਲੋਕ ਨਕਾਰ ਦਿੰਦੇ ਨੇ। ਸੋ ਮੈਂ ਇਹ ਚਾਹੁੰਦਾ ਕਿ ਇਹ ਗੱਲਾਂ ਵੀ ਹੁਣ ਬਹੁਤੀ ਦੇਰ ਚੱਲਣੀ ਨਹੀਂ, ਕਦੇ ਕਿਸੇ ਦੀ ਗਰੰਟੀ ਨਹੀਂ ਚੱਲਣੀ, ਕਿਸੇ ਦੇ ਵਾਅਦੇ ਨਹੀਂ ਚੱਲਣੇ ਕੋਈ। ਇਹ ਬਹੁਤੀਆਂ ਲੋਕਾਂ ਨਾਲ ਹੁਣ ਲੋਕ ਬਹੁਤ ਸਿਆਣੇ ਹੁੰਦੇ ਜਾ ਰਹੇ ਨੇ ਕਿ ਵੱਧ ਤੋਂ ਵੱਧ ਅਗਲਾ ਵੱਡੀ ਇੱਕ ਅਨਾਊਂਸਮੈਂਟ ਦਾ ਝੂਠ ਬੋਲ ਦਿੰਦਾ ਹੈ। ਸੋ ਇਹ ਆਉਣ ਵਾਲੀਆਂ ਪੀੜ੍ਹੀਆਂ ਨੇ ਬਰਦਾਸ਼ਤ ਨਹੀਂ ਕਰਨਾ। ਸਾਨੂੰ ਉਹਨਾਂ ਨਾਲ ਡਾਇਲੌਗ ਦੇ ਰਾਹੀਂ, ਉਹਨਾਂ ਨੌਜਵਾਨਾਂ ਨਾਲ, ਉਹਨਾਂ ਬਜ਼ੁਰਗਾਂ ਨਾਲ, ਉਹਨਾਂ ਕਿਸਾਨਾਂ ਨਾਲ, ਮਜ਼ਦੂਰਾਂ ਨਾਲ ਇੱਕ ਆਪਣਾ ਵਿਜ਼ਨ ਡਾਕੂਮੈਂਟ ਬਣਾਉਣਾ ਪਏਗਾ ਕਿ ਆਹ ਤੁਹਾਡੀ ਸੋਚ ਹੈ, ਤੇ ਕਾਂਗਰਸ ਪਾਰਟੀ ਹੁਣ ਤੁਹਾਡੀ ਸੋਚ ਰਾਹੀਂ, ਤੁਹਾਡੀ ਸੋਚ ਦੇ ਮੁਤਾਬਕ ਆਉਣ ਵਾਲੇ ਸਮੇਂ 'ਚ ਕੰਮ ਕਰੇਗੀ, ਨਾ ਕਿ ਕੋਈ ਆਪਦੀ ਸੋਚ ਥਾਪਣੀ। ਮੈਨੂੰ ਹੁਣ ਯੂਥ ਇੰਪਾਵਰਮੈਂਟ ਦਾ ਕਨਵੀਨਰ ਲਾਇਆ ਗਿਆ। ਸੋ ਈਵਨ ਇਹ ਵੀ ਸੋਨੀਆ ਜੀ ਨੇ ਮੈਸੇਜ ਦਿੱਤਾ ਕਿ ਅਸੀਂ ਉੱਥੇ ਚਿੰਤਨ ਸ਼ਿਵਰ ਦੇ ਵਿੱਚ 80 ਲੋਕ ਜਿਹੜਾ ਵੀ ਫੈਸਲਾ ਕਰਨਗੇ ਡਿਸਕਸ਼ਨ ਦੇ ਰਾਹੀਂ ਉਹਨੂੰ ਲਾਗੂ ਕੀਤਾ ਜਾਊਗਾ। ਸੋ 100% ਯੂ ਆਰ ਐਗਜ਼ੈਕਟਲੀ ਰਾਈਟ ਕਿ ਵਿਜ਼ਨ ਤੁਹਾਡਾ ਹੋਣਾ ਚਾਹੀਦਾ, ਕਿਵੇਂ ਯੂਥ ਜੁੜੇਗਾ, ਕਿਵੇਂ ਕਿਸਾਨ ਨੂੰ ਲੱਗੇਗਾ, ਕਿਉਂਕਿ ਹਮੇਸ਼ਾ ਕੋਈ ਗਰੰਟੀ ਨਹੀਂ। ਕਿਉਂਕਿ ਖੁਦਕੁਸ਼ੀਆਂ ਹੁਣ ਵੀ ਹੋ ਰਹੀਆਂ ਤੁਸੀਂ, ਕਿਉਂਕਿ ਤੁਹਾਡੀਆਂ ਜਿਹੜੀਆਂ ਐਕਟੀਵਿਟੀਜ਼ ਨੇ, ਅਸੀਂ ਦੇਖਦੇ ਹਾਂ ਕਿ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਹੁੰਦੀ ਹੈ, ਅਸਲ ਦੇ ਵਿੱਚ ਪੰਜਾਬ ਦੇ ਲੋਕ ਵਿਰੋਧੀ ਧਿਰ ਦੀ ਭੂਮਿਕਾ 'ਚ ਹੀ ਰਹਿੰਦੇ ਨੇ, ਸਰਕਾਰ ਦੇ ਉਲਟ ਹੁੰਦੇ ਨੇ। ਉਹ ਸਰਕਾਰ ਤੋਂ ਜਵਾਬਦੇਹੀ ਭਾਲਦੇ ਨੇ, ਪਰ ਇਸ ਵਾਰੀ 92 ਸੀਟਾਂ ਦੇਖ ਕੇ ਉਹਨਾਂ ਨੇ ਆਮ ਆਦਮੀ ਪਾਰਟੀ 'ਤੇ ਵਿਸ਼ਵਾਸ ਕੀਤਾ। ਉਹ ਵਿਸ਼ਵਾਸ ਨੂੰ ਵਿਰੋਧੀ ਧਿਰ ਕਿਵੇਂ ਉਹਦੇ ਉੱਤੇ ਪਹਿਰਾ ਦਿੰਦੀ ਆ ਲਾਗੂ ਕਰਾਉਣ ਦੇ ਵਿੱਚ, ਇਹ ਵੱਡਾ ਸਵਾਲ ਹੈ ਲੋਕਾਂ ਦੇ। ਬਿਲਕੁਲ ਉਹ ਭੂਮਿਕਾ ਨਿਭਾਵਾਂਗੇ ਸਮਾਂ ਆਉਣ 'ਤੇ, ਕਿਉਂਕਿ ਹਰ ਵਿਅਕਤੀ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹੜੇ ਸਮੇਂ ਕਿਹੜੀ ਗੱਲ ਕਰਨੀ ਹੈ, ਕਿਹੜੀ ਜਗ੍ਹਾ 'ਤੇ ਕਿਹੜੀ ਗੱਲ ਕਰਨੀ। ਸੋ ਲੈਟ ਦਾ ਟਾਈਮ ਕਮ। ਹਜੇ ਲੋਕ ਕਈ ਵਾਰੀ ਅਸੀਂ ਕੋਈ ਜਦੋਂ ਬਿਆਨ ਦਿੰਦੇ ਹਾਂ ਜਾਂ ਗੱਲ ਕਰਦੇ ਹਾਂ, ਕਿਉਂਕਿ ਜੇ ਤਾਂ ਅਸੀਂ ਨਹੀਂ ਦਿੰਦੇ ਤਾਂ ਲੋਕਾਂ ਨੂੰ ਲੱਗਦਾ ਕਿ ਅਸੀਂ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾ ਰਹੇ। ਜਦੋਂ ਅਸੀਂ ਉਹਨਾਂ 'ਤੇ ਸਵਾਲ ਚੁੱਕਦੇ ਹਾਂ ਤਾਂ ਕਈ ਵਾਰੀ ਜਨਤਾ ਇਹ ਵੀ ਕਹਿੰਦੀ ਹੈ ਕਿ ਇਹਨਾਂ ਨੂੰ ਸਮਾਂ ਦਿੱਤਾ ਜਾਵੇ। ਤੁਹਾਡੇ ਚੈਨਲਸ ਦੇ ਰਾਹੀਂ ਅਸੀਂ ਕਮੈਂਟ ਪੜ੍ਹਦੇ ਹਾਂ, ਉਹ ਕਹਿੰਦੇ ਕਿ ਇਹਨਾਂ ਨੂੰ ਸਮਾਂ ਦਿੱਤਾ ਜਾਵੇ, ਹਜੇ ਸਮਾਂ ਘੱਟ ਹੋਇਆ। ਸੋ ਲੈਟ ਦਾ ਟਾਈਮ ਕਮ। ਜਦੋਂ ਉਹ ਸਮਾਂ ਆ ਜਾਏਗਾ, ਉਹ ਟਾਈਮ ਪੀਰੀਅਡ ਪੂਰਾ ਹੋ ਜਾਏਗਾ, ਤੁਸੀਂ ਵੇਖੋਗੇ ਕਿ ਅਸੀਂ ਵਿਰੋਧੀ ਧਿਰ ਦੀ ਜਾਂ ਜਨਤਾ ਦੀ ਆਵਾਜ਼ ਬਣ ਕੇ, ਜਨਤਾ ਦੀ ਉਹ ਗੱਲ ਜਿਹੜੀ ਜਨਤਾ ਨਾਲ ਵਾਅਦੇ ਕੀਤੇ ਸੀ, ਉਹਨਾਂ ਦੀ ਅਸੀਂ ਗੱਲ ਪੰਜਾਬ ਦੀ ਵਿਧਾਨ ਸਭਾ 'ਚ ਤੇ ਮੁੱਖ ਮੰਤਰੀ ਸਾਹਿਬ ਦੇ ਕੰਨਾਂ ਤੱਕ, ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਰਹਾਂਗੇ। ਵੜਿੰਗ ਸਾਹਿਬ, ਸੰਗਰੂਰ ਦੀ ਇਲੈਕਸ਼ਨ ਆ ਰਹੀ ਹੈ, ਪਾਰਲੀਮੈਂਟ ਦੀ ਜਿਹੜੀ ਬਾਈ ਇਲੈਕਸ਼ਨ ਹੈਗੀ ਆ, ਕੀ ਰਣਨੀਤੀ ਰਹੂਗੀ ਉੱਥੇ? ਪਾਰਟੀ ਕਿਹੜੇ ਮੁੱਦਿਆਂ ਦੇ ਉੱਤੇ ਉੱਥੇ ਮੈਦਾਨ ਦੇ ਵਿੱਚ ਨਿਤਰੂਗੀ ਤੇ ਕੌਣ ਉਮੀਦਵਾਰ ਹੋਊਗਾ? ਨਵਜੋਤ ਸਿੰਘ ਸਿੱਧੂ ਦੇ ਨਾਮ ਉੱਤੇ ਵੀ ਚਰਚਾ ਚੱਲਦੀ ਹੈ, ਜਾਂ ਸੰਗਰੂਰ ਤੋਂ ਲੜਨਗੇ ਜਾਂ ਨਹੀਂ ਲੜਨਗੇ। ਇਹ ਵੀ ਚਰਚਾ ਹੈ ਕਿ ਉਹ ਵੱਖਰੀ ਪਾਰਟੀ ਬਣਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ। ਇਹ ਗੱਲਾਂ ਤਾਂ ਦੇਖੋ ਲੋਕਾਂ ਦੇ ਪਿੰਡਾਂ ਦੇ ਸੱਥਾਂ ਦੇ ਵਿੱਚ ਚੱਲਦੀਆਂ ਨੇ। ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਕੌਣ ਵੱਖਰੀ ਪਾਰਟੀ ਬਣਾ ਰਿਹਾ ਜਾਂ ਨਹੀਂ ਬਾਹਰ ਆ ਰਿਹਾ। ਸੱਚ ਜਾਣਾ, ਜਿੱਥੋਂ ਤੱਕ ਕੈਂਡੀਡੇਟ ਦੀ ਗੱਲ ਹੈ, ਲੋਕਾਂ ਦੇ ਵਿੱਚੋਂ ਕੈਂਡੀਡੇਟ ਭਾਲਿਆ ਜਾਏਗਾ। ਉੱਥੋਂ ਦਾ ਕੈਂਡੀਡੇਟ ਹੋਏ, ਲੋਕਾਂ ਦਾ ਕੈਂਡੀਡੇਟ ਹੋਏ, ਲੋਕ ਜਿਹਨੂੰ ਪਸੰਦ ਕਰਦੇ ਹੋਣ ਉਹ ਕੈਂਡੀਡੇਟ ਹੋਵੇ। ਐਂਡ ਮੈਨੂੰ ਇੰਟਿਊਸ਼ਨ ਹੈ, ਛੋਟਾ ਮੂੰਹ ਤੇ ਵੱਡੀ ਗੱਲ। ਹੁਣ ਤੁਸੀਂ ਕਹੋਗੇ ਕਿ ਦਰਸ਼ਕ ਵੀ ਤੁਹਾਡੇ ਕਹਿਣਗੇ ਕਿ ਯਾਰ ਇਹ ਰਾਜਾ ਵੜਿੰਗ ਕੀ ਕਹਿ ਰਿਹਾ। 14% ਅਸੀਂ ਉੱਥੇ ਰਹਿ ਗਏ ਅੱਜ ਦੀ ਡੇਟ ਦੇ ਵਿੱਚ, ਅਗਰ ਐਨਾਲਿਸਿਸ ਕਰੀਏ ਸੰਗਰੂਰ ਦੇ ਵਿੱਚ। ਹਾਂ, ਪੰਜਾਬ ਦੇ ਵਿੱਚ ਅਸੀਂ 24% ਹੈ। ਅਗਰ ਵੋਟਾਂ ਦੀ ਜਾਂ ਉਹ ਪਰਸੈਂਟੇਜ ਦੀ ਗੱਲ ਕਰੀਏ, ਉਸ ਆંકੜੇ ਨੂੰ ਕੱਢੀਏ ਕਿ ਕਿੰਨੇ ਫਰਕ ਦੇ ਨਾਲ ਸਾਡੇ ਉਮੀਦਵਾਰ ਹਾਰੇ ਨੇ, ਤੇ ਉਹ 14% ਆંકੜਾ। ਪਰ ਪਤਾ ਨਹੀਂ ਕਿਉਂ ਆਈ ਹੈਵ ਦਾ ਫੀਲਿੰਗ, ਮੇਰੇ ਮਨ ਨੂੰ ਇਹ ਗੱਲ ਹੈ ਅੰਤਰਾਤਮਾ, ਕਿ ਸੰਗਰੂਰ ਚੋਣ ਕਾਂਗਰਸ ਜਿੱਤੂਗੀ। ਵੱਡੀ ਗੱਲ ਹੈ,
ਬਹੁਤ ਵੱਡੀ ਗੱਲ ਹੈ। ਪਰ ਅੰਦਰ ਇੰਟਿਊਸ਼ਨ, ਕਈ ਵਾਰੀ ਤੁਸੀਂ ਥੋੜੀਆਂ ਇੰਟਿਊਸ਼ਨਸ ਗਲਤ ਵੀ ਹੋ ਜਾਂਦੀਆਂ, ਲੇਕਿਨ ਆਈ ਹੈਵ ਅ ਸਟਰੋਂਗ ਫੀਲਿੰਗ ਐਂਡ ਸਟਰੋਂਗ ਇੰਟਿਊਸ਼ਨ। ਹਾਲਾਂਕਿ ਇਹ ਗੱਲ ਕਹਿਣੀ ਸਰਕਾਰ ਦੇ 3-4 ਮਹੀਨਿਆਂ ਬਾਅਦ ਇਹ ਗੱਲ ਕਹਿਣੀ, ਇਹ ਜਿਹਨੂੰ ਵੀ ਇਹ ਮੇਰੀ ਗੱਲ ਸੁਣਨਗੇ ਉਹ ਆਖਣਗੇ ਇਹਨੂੰ ਸਮਝ ਹੀ ਨਹੀਂ ਹੈ, ਦੱਸ ਕੀ ਬੋਲੀ ਜਾ ਰਿਹਾ। ਪਰ ਮੈਂ ਸੁਖਬੀਰ ਬਾਦਲ ਨਹੀਂ ਹੈ ਜਿਹੜਾ 85 ਸੀਟਾਂ ਕਵਾਂ। ਮੈਂ ਉਦੋਂ ਵੀ ਕਿਹਾ ਸੀ ਵੀ ਅਸੀਂ ਸਰਕਾਰ ਬਣਾਉਣ ਦੇ ਨੇੜੇ ਹੋ ਸਕਦੇ ਹਾਂ। ਮੈਂ ਨਹੀਂ ਕਦੇ ਕਿਹਾ ਸੀ ਕਿ ਸਰਕਾਰ ਬਣ ਰਹੀ ਹੈ ਜਾਂ ਪੱਕੀ ਧਰੀ ਪਈ ਹੈ ਜਾਂ ਫਿੱਟ ਹੈ। ਪਰ ਆਈ ਹੈਵ ਅ ਸਟਰੋਂਗ ਫੀਲਿੰਗ ਕਿ ਮੈਨੂੰ ਲੱਗਦਾ ਕਿ ਸੰਗਰੂਰ ਦਾ ਚੁਣਾਵ ਕਾਂਗਰਸ ਪਾਰਟੀ ਜਿੱਤੇ। ਚਲੋ ਇਹ ਤਾਂ ਤੁਹਾਡਾ ਦਾਅਵਾ ਹੈਗਾ। ਮੁੱਦੇ ਕਿਹੜੇ ਹੈ? ਹਜ਼ਾਰਾਂ ਮੁੱਦੇ। ਕਿਹੜੇ ਮੁੱਦਿਆਂ ਤੇ ਲੜਨਾ ਹੈ? ਐਸੇ ਜਦੋਂ ਚੁਣਾਵ ਲੜੂੰਗਾ ਉਦੋਂ ਮੁੱਦੇ ਹੀ ਮੁੱਦੇ ਹੋਣਗੇ। ਮੁੱਦੇ ਤਾਂ ਅੱਜ ਵੀ ਹੈ, ਲੇਕਿਨ ਮੈਂ ਉਹ ਅੱਜ ਪਬਲਿਕ ਪਲੇਟਫਾਰਮ ਤੇ ਰੱਖਣਾ ਨਹੀਂ ਚਾਹੁੰਦਾ। ਔਰ ਕਾਰਨ ਇਹ ਹੈ ਕਿ ਅੱਜ ਮੇਰਾ ਉਹ ਵਾਜਬ ਬਣ ਨਹੀਂ ਰਿਹਾ ਹੋਣਾ। ਉਦੋਂ ਤੱਕ ਮੈਂ ਮੁੱਦਿਆਂ ਦੀ ਭਰਮਾਰ ਹੋ ਜਾਏਗੀ, ਉਹੀ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਜਾਏਗਾ। ਵੜਿੰਗ ਸਾਹਿਬ, ਯੂਥ ਨੂੰ ਕਿਵੇਂ ਨੇੜੇ ਲਾਉਂਗੇ ਨਾ? ਪੰਜਾਬ ਦਾ ਯੂਥ ਮਾਨਸ਼ੀ ਸਾਹਿਬ ਕੋਈ ਚੁੰਮਕ ਪੱਥਰ ਨਹੀਂ ਹੈ ਜਿਹੜਾ ਨੇੜੇ ਲੱਗ ਜਾਏ। ਤੁਹਾਡੇ ਵਿਸ਼ਵਾਸ ਕਿਵੇਂ ਕਰੋਗੇ? ਤੁਸੀਂ ਤਾਂ ਘਰ ਨੌਕਰੀ ਦੀ ਗੱਲ ਕੀਤੀ। ਮੈਂ ਫੇਰ ਉਹੀ ਗੱਲ ਕਹਿ ਰਿਹਾ ਹਾਂ। ਇਹੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ। ਜਿੱਦੇ ਯੂਥ ਨੂੰ ਇਹ ਯਕੀਨ ਹੋ ਗਿਆ ਕਿ ਇਹ ਜਿਹੜਾ ਮੁੰਡਾ ਹੈ, ਇਹ ਜਿਹੜਾ ਵੜਿੰਗ ਹੈ, ਜਾਂ ਇਹ ਜਿਹੜੀ ਪਾਰਟੀ ਹੈ ਸਾਡੀ ਲੜਾਈ ਲੜੂਗੀ, ਹੁਣ ਇਹ ਲੜਨਗੇ, ਇਸ ਮੂਡ 'ਚ ਹੈਗੇ ਨੇ, ਉਦੋਂ ਹੀ ਯੂਥ ਸਾਡੇ ਨਾਲ ਜੁੜ ਜਾਣਾ। ਹੋਰ ਕੋਈ ਮੇਰੇ ਕੋਲ ਕੋਈ ਪਾਲਿਸੀ ਚੁੰਬਕ ਪੱਥਰ ਨਹੀਂ ਹੈ ਕਿ ਮੈਂ ਯੂਥ ਨੂੰ ਜੋੜ ਲਾਂ। ਯੂਥ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਬੈਠਾ ਹੈ। ਨਹੀਂ, ਯੂਥ ਅੱਜ ਕੋਈ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਨਾਲ ਨਹੀਂ ਜੁੜਿਆ ਹੈ। ਮੈਂ ਉਹਨਾਂ ਨਾਲ ਯੰਗ ਵੀ ਹੈ, ਹੋਰ ਵੀ ਹੈ। ਉਹ ਯੂਥ ਇਸ ਕਰਕੇ ਜੁੜਿਆ, ਇੱਕ ਸੁਪਨਾ ਲੈ ਕੇ ਜੁੜਿਆ ਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਸਾਡੀਆਂ ਉਮੀਦਾਂ ਤੇ ਖਰਾ ਉਤਰਨਗੇ। ਜਿੱਦੇ ਉਹਨਾਂ ਨੂੰ ਇਹ ਲੱਗਿਆ ਕਿ ਰਾਜਾ ਵੜਿੰਗ ਤੇ ਪੂਰੀ ਟੀਮ ਤੇ ਕਾਂਗਰਸ ਪਾਰਟੀ ਵਾਕਿਆ ਹੀ ਸਾਡੀ ਲੜਾਈ ਲੜੇਗੀ, ਪਰਿੰਡਾ ਨੂੰ ਯੂਥ ਤੁਹਾਡੇ ਨਾਲ ਹੋ ਜਾਏ। ਬਾਈ ਜੀ, ਮੁੱਖ ਮੰਤਰੀ ਦੇ ਘਰ ਦੇ ਹੋਰ ਸਵਾਲ ਕਰ ਰਹੇ ਸੀ ਕਿਸੇ ਦੇ ਅੱਗੇ ਯੂਥ ਬੈਠਾ। ਹਾਂ, ਮੈਂ ਉੱਥੇ ਆ ਰਿਹਾ। ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨਾ ਲੱਗਿਆ ਹੋਇਆ। ਪੰਜਾਬ ਦਾ ਯੂਥ ਜਿਹੜਾ ਨੌਕਰੀ ਮੰਗਦਾ ਸੀ, ਉਹਦੀ ਜੁਆਇਨਿੰਗ ਨਹੀਂ ਹੋ ਰਹੀ। ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਕੁੜੀਆਂ ਮੁੰਡੇ ਉੱਥੇ ਬੈਠੇ ਸੀ। ਵੜਿੰਗ ਸਾਹਿਬ ਦੀ ਗੈਰ ਹਾਜ਼ਰੀ ਉੱਥੇ ਬੜੀ ਰੜਕਦੀ ਹੈ। ਫਿਰ ਇਹ ਕਹਿ ਦੇਣਗੇ ਕਿ ਹੁਣੇ ਮੁੱਖ ਮੰਤਰੀ ਦੀ ਕੋਠੀ ਦੇ ਅੱਗੇ ਜਾ ਵੜਿਆ। ਤੇ ਪੰਜਾਬ ਦਾ ਯੂਥ ਦਾ ਸਵਾਲ ਨਹੀਂ ਹੈ? ਬਿਲਕੁਲ। ਉਹਨਾਂ ਮੁੱਦਿਆਂ ਤੇ ਮੈਂ ਲਿਖ ਵੀ ਚੁੱਕਿਆ ਚੀਫ ਮਿਨਿਸਟਰ ਨੂੰ ਕਿ ਉਹ ਜਿਹੜੀ ਭਰਤੀ ਹੈ, ਉਹਨਾਂ ਨੂੰ ਵਿਚਾਰਿਆਂ ਦਾ ਸਭ ਕੁਝ ਟੈਸਟ ਵੈਸਟ ਹੋਏ ਵੀ ਹੈ ਭਾਈ, ਉਹਨਾਂ ਨੂੰ ਕੌਣ ਨੌਕਰੀ ਦੇਗਾ? ਸੋ ਉਹਨਾਂ ਦੀ ਬਿਲਕੁਲ ਲੜਾਈ ਜਾਇਜ਼ ਬਣਦੀ ਹੈ। ਔਰ ਜੇ ਉਹ ਮਹਿਸੂਸ ਕਰਨਗੇ, ਮੈਂ ਉਹਨਾਂ ਦੇ ਕੁਝ ਲੋਕਾਂ ਨਾਲ ਇਨ ਟੱਚ ਹੈਗਾ, ਜੇ ਉਹ ਮਹਿਸੂਸ ਕਰਨਗੇ ਤਾਂ ਮੈਂ ਉੱਥੇ ਜਾਊਂਗਾ ਵੀ ਉਹਨਾਂ ਦੀ ਲੜਾਈ ਵੀ ਲੜਾਂਗਾ। ਸਰ, ਪੰਜਾਬ ਦੇ ਵਿੱਚ ਇਹ ਦੋਸ਼ ਜਿਹੜੀ ਸੱਤਾਧਰ ਦੇ ਉੱਤੇ ਲੱਗ ਰਹੇ ਨੇ, ਤੁਹਾਡੇ ਵੱਲੋਂ ਵੀ ਸਟੇਟਮੈਂਟ ਆਉਂਦੀਆਂ, ਸੋਸ਼ਲ ਮੀਡੀਆ ਦੇ ਉੱਤੇ ਕੋਈ ਟਿੱਪਣੀ ਕਰਦਾ ਹੈ, ਕਹਿੰਦੇ ਜੀ ਚੱਕ ਕੇ ਪਰਚਾ ਦੇ ਦਿਓ। ਬੋਲਣ ਦੀ ਆਜ਼ਾਦੀ ਕਿੱਧਰ ਨੂੰ ਜਾਊ? ਕਿਸੇ ਦੇ ਉੱਤੇ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਗੱਲ ਰੱਖ ਰਿਹਾ ਹੈ ਤਾਂ ਦਿੱਲੀ ਦੇ ਬੈਠੇ ਜੀ ਪਰਚੇ ਦਰਜ ਕਰਕੇ ਬੰਦੇ ਚੱਕੀ ਜਾਂਦੇ ਆ। ਪੰਜਾਬ ਪੁਲਿਸ ਦਿੱਲੀ ਵਾਲਿਆਂ ਨੂੰ ਚੱਕਣ ਵਗ ਜਾਂਦੀ ਆ। ਕਈ ਮਸਲੇ ਹੋਏ ਨੇ, ਮਤਲਬ ਸਹਿਣਸ਼ੀਲਤਾ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਇਹ ਕਿਉਂ ਹੋ ਰਿਹਾ ਪੰਜਾਬ ਦੇ ਵਿੱਚ ਵਾਪਰ ਰਿਹਾ? ਇਹ ਚਰਚਾ ਲੋਕਾਂ ਦੇ ਵਿੱਚ। ਤੁਹਾਡੇ ਲੀਡਰ ਵੀ, ਤੁਸੀਂ ਵੀ ਧਰਨਾ ਦੇ ਕੇ ਆਏ ਉੱਥੇ ਜਾ ਕੇ। ਕਈ ਵਾਰੀ ਸਿਆਣੇ ਕਹਿੰਦੇ ਉੱਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ ਹੈ। ਲੋਕਾਂ ਨੂੰ ਅਗਰ ਅਸੀਂ ਇਹ ਗੱਲ ਕਹਿੰਦੇ ਕਿ ਇਹ ਡਬਲ ਸਟੈਂਡਰਡ ਤੇ ਡਬਲ ਫੇਸ ਹੈ, ਸ਼ਾਇਦ ਲੋਕ ਸਾਡੀ ਅੱਜ ਗੱਲ ਨਹੀਂ ਮੰਨਦੇ ਸੀ। ਲੇਕਿਨ ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ ਦੇ ਪਰਚੇ ਤੋਂ ਬਾਅਦ ਤੇ ਹੁਣ ਬੱਗੇ ਦੇ ਕੇਸ ਤੋਂ ਬਾਅਦ, ਹਾਲਾਂਕਿ ਬੀਜੇਪੀ ਵੀ ਇਦਾਂ ਹੀ ਕਰਦੀ ਹੈ। ਹਾਂ, ਬੀਜੇਪੀ ਵੇਲੇ ਵੀ ਸਾਡਾ ਆਸਾਮ ਤੋਂ ਐਮਐਲਏ ਚੱਕ ਕੇ, ਮੇਵਾਨੀ, ਉਹਨੂੰ ਅੰਬਾ ਉੱਥੇ ਆਸਾਮ ਤੋਂ ਨਹੀਂ ਗੁਜਰਾਤ ਤੋਂ ਚੱਕ ਕੇ ਉਹਨਾਂ ਨੇ ਉੱਥੇ ਆਸਾਮ ਲੈ ਗਏ। ਪਹਿਲਾਂ ਉਹਨਾਂ ਨੇ ਕੀਤਾ। ਸੋ ਇਹ ਕਈ ਚਿਰ ਦੀ, ਕਈ ਅਰਸਿਆਂ ਦੀ ਇੱਛਾ ਸੀ ਕੇਜਰੀਵਾਲ ਸਾਹਿਬ ਦੀ कि पुलिस मेरे कंट्रोल में होनी चाहिए, दिल्ली की पुलिस कंट्रोल में नहीं। पुलिस कंट्रोल चाहिए तो की चंद चाड़े है। 2 पुलिस ऑफिसर के परचे हो गए, उत्थे एक परचा राजस्थान च होया, एक आ बग्गे वाले मामले च होया। हरियाणे च कहते दिल्ली तो फड़ के लिया, हरियाणे ने छुड़ाया। बिल्कुल राइट। साडी तोहीन हुई है भाई, हर बंदे नूं, व्यक्ति नूं आज़ादी है बोलण दी। पंजाब दा कल्चर है 100%। किसी नूं इस तरह चक लियाउणा, कोई बोलण दी आज़ादी ते पंजाब दा कल्चर थोड़ी है।
ਮੇਰੇ ਕਹਿਣ ਦਾ ਮਤਲਬ ਕੋਈ ਬੰਦੇ ਨੇ ਅਗਰ ਕਿਸੇ ਨੇ ਕੁਝ ਚਾਰ ਸ਼ਬਦ ਲਿਖਤੇ ਜਿਹੜੇ ਕਿ ਕੁਝ ਫालतू ਨਹੀਂ ਲਿਖਿਆ ਕਿਸੇ ਨੂੰ, ਤਾਂ ਉਹਨੂੰ ਚੱਕ ਲਿਆਓ, ਪੁਲਿਸ ਭੇਜ ਦਿਓ, ਉਹਨੂੰ ਐ ਕੋਈ ਕ੍ਰਿਮੀਨਲ ਬਣਾ ਦਿਓ ਐਂਡ ਪੰਜਾਬ ਦੀ ਸਰਕਾਰ 2-4 ਦਿਨ ਇਸ ਕੰਮ ਤੇ ਹੀ ਲੱਗੀ ਰਵੇ। ਮੈਨੂੰ ਲੱਗਦਾ ਕਿ ਇਦੋਂ ਵਾਹਜ਼ਾਤ ਕੰਮ ਹੋ ਨਹੀਂ ਕੋਈ ਸਕਦਾ ਸੀ ਜਿਹੜਾ ਕੀਤਾ। ਲੇਕਿਨ ਮੈਂ ਤੁਹਾਨੂੰ ਕਿਹਾ ਕਿ ਸਾਨੂੰ ਬੜਾ ਫਾਇਦੇਮੰਦ ਹੋਇਆ ਇਹ ਜਿਹੜਾ ਪਤਾ ਲੋਕ ਕਹਿੰਦੇ ਸੀ ਵੈਂਡੇਟਾ ਨਹੀਂ ਫਲਾਂ ਹੈ ਫਲਾਂ, ਇਹ ਹੁਣ ਸ਼ਰੇਆਮ ਪਤਾ ਲੱਗਦਾ ਕਿ ਇਹ ਵੈਂਡੇਟਾ ਕਰ ਰਹੇ। ਇਹ 50 ਦਿਨਾਂ 'ਚ ਮੈਂ ਕਹਿਣਾ ਨਹੀਂ ਚਾਹੁੰਦਾ ਸੀ, ਪਹਿਲੀ ਸਰਕਾਰ ਹੈ 50 ਕੇ 55 ਦਿਨਾਂ 'ਚ ਜਿਹਦਾ ਗ੍ਰਾਫ ਅੱਧ ਤੇ ਹੈ। ਇਹਨਾਂ ਘਟਨਾਕ੍ਰਮ ਕਰਨਾ ਕਹਿੰਦੇ ਭਗਵੰਤ ਮਾਨ ਹੋਰਾਂ ਨੂੰ ਵੀ ਦਬਾ ਕੇ ਰੱਖਿਆ ਜਾ ਰਿਹਾ। ਤੁਹਾਡੀ ਸਟੇਟਮੈਂਟ ਆਉਂਦੀ ਸੀ ਪਿੱਛੇ, ਮੈਂ ਪੜ੍ਹੀਆਂ ਨੇ। ਬਿਲਕੁਲ ਹੀ ਇਜ਼ ਅੰਡਰ ਪ੍ਰੈਸ਼ਰ। ਕੀ ਕਿਵੇਂ ਅੰਡਰ ਪ੍ਰੈਸ਼ਰ। ਮੈਨੂੰ ਲੱਗਦਾ ਕਿ ਭਗਵੰਤ ਮਾਨ ਸਾਹਿਬ ਨੂੰ ਇੰਡੀਪੈਂਡੈਂਟ ਛੱਡ ਦਿੱਤਾ ਜਾਵੇ ਤਾਂ ਉਹ ਬੈਟਰ ਪਰਫਾਰਮ ਕਰਨ। ਹਰ ਚੀਜ਼ ਦਾ ਕੰਟਰੋਲ ਜਿਹੜਾ ਹੈ ਉਹ ਦਿੱਲੀ 'ਚ ਹੈ। ਇਸੇ ਕਰਕੇ ਤਾਂ ਉਹਨਾਂ ਨੇ ਟੈਕਨੀਕਲ ਤਰੀਕੇ ਨਾਲ ਉਹ ਜਿਹੜੀ ਐਗਰੀਮੈਂਟ MOU ਸਾਈਨ ਕੀਤਾ। ਹਾਲਾਂਕਿ MOU ਬਣਦਾ ਹੀ ਨਹੀਂ ਹੈ, ਦੋ ਮੁੱਖ ਮੰਤਰੀਆਂ ਦੇ ਦਰਮਿਆਨ ਕਦੇ MOU ਸਾਈਨ ਹੋਇਆ ਹੀ ਨਹੀਂ ਹੈ। MOU ਸਾਈਨ ਨੂੰ ਸੰਵਿਧਾਨ ਦੀ ਉਲੰਘਣਾ ਹੈ, ਉਹਨੂੰ ਚੀਫ ਸੈਕਟਰੀ ਕਰ ਸਕਦਾ ਹੈ, ਸੈਕਟਰੀ ਕਰ ਸਕਦਾ ਹੈ। ਸਿੱਧੇ ਤੌਰ ਤੇ ਬਿਊਰੋਕ੍ਰੇਸੀ ਦਾ ਕੰਟਰੋਲ ਜਿਹੜਾ ਹੈ ਉਹ ਕੇਜਰੀਵਾਲ ਸਾਹਿਬ ਆਪਦੇ ਕੋਲੇ ਰੱਖਣਾ ਚਾਹੁੰਦੇ ਸਨ। ਹਾਲਾਂਕਿ ਕਿਸੇ ਨੇ ਕਿਸੇ ਪ੍ਰਦੇਸ਼ 'ਚ ਜਾਣਾ, ਕਿਸੇ ਨੂੰ ਕੋਈ ਰੁਕਾਵਟ ਨਹੀਂ ਹੈ। ਭਗਵੰਤ ਮਾਨ ਸਾਹਿਬ ਨੂੰ 1000 ਵਾਰੀ ਕੇਜਰੀਵਾਲ ਸੱਦਣ, ਕੋਈ ਰੁਕਾਵਟ ਨਹੀਂ। ਲੇਕਿਨ ਸਾਡੀਆਂ ਫਾਈਲਾਂ ਬਹਾਨੇ ਨਾਲ ਸਾਰੀਆਂ ਚੈੱਕ ਕਰਨ, ਹਾਲਾਂਕਿ ਸਾਡੇ ਇੰਟਰਸਟੇਟ ਦਿੱਲੀ ਨਾਲ ਬੜੇ ਰੌਲੇ ਨੇ, ਉਹਦੇ ਤੇ ਇਤਰਾਜ਼ ਹੈ। ਸੋਰਾ ਜਿਹੜਾ ਕੰਟਰੋਲ ਹੈ ਉਹ ਸਾਰੇ ਦਾ ਸਾਰਾ ਕੇਜਰੀਵਾਲ ਸਾਹਿਬ ਰੱਖਣਾ ਚਾਹੁੰਦੇ ਨੇ। ਮੇਰਾ ਖਿਆਲ ਜੇ ਭਗਵੰਤ ਮਾਨ ਸਾਹਿਬ ਨੂੰ ਇੰਡੀਪੈਂਡੈਂਟ ਛੱਡ ਦਿੱਤਾ ਜਾਵੇ ਤਾਂ ਉਹ ਜ਼ਿਆਦਾ ਬੈਟਰ ਪਰਫਾਰਮ ਕਰ ਸਕਦੇ ਨੇ। ਉਹਨਾਂ ਤੇ ਇੱਕ ਇੱਥੇ ਚੈਕਰ ਬਿਠਾ ਦਿੱਤਾ ਗਿਆ ਉਹਨਾਂ ਦੇ ਸਿਰ ਤੇ। ਕੌਣ ਹੈ ਚੱਕਰ? ਮੇਰੇ ਖਿਆਲ ਮਿਸਟਰ ਰਾਘਵ ਚੱਡਾ ਜੀ ਨੇ। ਸਾਰਾ ਕਾਮ ਚਾਮ ਧਾਮ ਜਿਹੜੀ ਇੱਕ ਪਰਸੈਪਸ਼ਨ ਹੈ, ਪਰਸੈਪਸ਼ਨ ਤਾਂ ਹੀ ਬਣਦੀ ਹੈ ਜੇ ਕੋਈ ਗੱਲ ਹੋਵੇ ਜੀ। ਉਹ ਤਾਂ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਦੇ ਨਾ। ਹਾਂ, ਰਾਜ ਸਭਾ ਮੈਂਬਰ ਬਣਾ ਕੇ ਫਿਰ ਹੁਣ ਇੱਥੇ ਆਫੀਸ਼ੀਅਲ ਤੌਰ ਤੇ ਲਾ ਦਿੱਤਾ ਗਿਆ CMO। ਯਸ। ਔਰ ਮੇਰੀ ਗੱਲ ਯਾਦ ਰੱਖਿਓ, ਮੇਰੀ ਕਾਲੀ ਜੀਬ ਹੈ, ਇਹ ਜਲਦੀ ਲੜੇ ਲਓ। ਕੌਣ ਲੜੇ? ਮਤਲਬ ਆਪਸ ਵਿੱਚ ਕੋਈ ਵੀ ਮੁੱਖ ਮੰਤਰੀ ਅਲਟੀਮੇਟਲੀ ਇੰਡੀਪੈਂਡੈਂਸ ਸੋਡੇ ਵਾਲੇ ਵੀ ਲੜਦੇ ਰਹਿੰਦੇ ਸੀ। ਹਰ ਵਿਅਕਤੀ ਇੰਡੀਪੈਂਡੈਂਟ। ਸਾਡੇ ਵਾਲੇ ਤੇ ਤਾਂ ਕਿਸੇ ਦਾ ਕੰਟਰੋਲ ਹੀ ਨਹੀਂ ਸੀ, ਉਹ ਵੀ ਜ਼ਿਆਦਾ। ਤੁਹਾਡੇ ਤਾਂ ਦੇਖਿਆ ਵੀ ਚੰਨੀ ਤੇ ਸਿੱਧੂ ਤੇ ਨਹੀਂ ਮਿਲਦੀ, ਕੈਪਟਨ ਤੇ ਚੰਨੀ ਦੀ ਨਹੀਂ ਬਣਦੀ ਸੀ। ਬਣਨ ਵਾਲੀ ਗੱਲ। ਤੁਹਾਨੂੰ ਵੀ ਖੁੱਡੇ ਲੈਣ ਲਾ ਕੇ ਰੱਖਿਆ ਕੈਪਟਨ ਅਮਰਿੰਦਰ ਸਿੰਘ ਨੇ ਇੰਨਾ ਟਾਈਮ। ਮੈਂ ਕਹਿੰਦਾ ਕਿ ਉਹ ਤਮਾਸ਼ਾ ਇੱਥੇ ਵੀ ਹੋ ਸਕਦਾ, ਹੋਣ ਵਾਲਾ ਹੈ। ਪੰਜਾਬ ਸੀਰੀਅਸ ਹੈ। ਪੰਜਾਬ ਨੇ ਇਸ ਕਰਕੇ ਸਰਕਾਰ ਨਹੀਂ ਬਣਾਈ ਜਾਂ ਇਸੇ ਕਰਕੇ ਵਿਰੋਧੀ ਧਿਰ ਨੂੰ ਤੁਹਾਨੂੰ ਨਹੀਂ ਲਿਆਂਦਾ। ਪੰਜਾਬ ਕਰਜ਼ੇ 'ਚ ਡੁੱਬ ਰਿਹਾ ਹੈ। ਪੰਜਾਬ ਦੀ ਜਵਾਨੀ, ਪਾਣੀ ਸਾਡਾ ਖਤਮ ਹੋ ਰਿਹਾ। ਇਹ ਮੁੱਦੇ ਪੰਜਾਬ ਦੇ ਕਿੱਧਰ ਨੂੰ ਜਾਣਗੇ? ਕੈਂਸਰ ਨਾਲ ਤਾਂ ਰੋਜ਼ ਮਰੀ ਜਾਂਦੇ ਆ ਲੋਕ। ਇਹ ਮੁੱਦੇ ਡਾਇਵਰਟ ਕਰ ਦਿੱਤੇ ਜਾਣਗੇ, ਕਦੇ ਬੱਗੇ ਨੂੰ ਫੜ ਕੇ, ਕਦੇ ਹਲਕਾ ਨੂੰ ਸੱਦ ਕੇ, ਕਦੇ ਕੁਮਾਰ ਵਿਸ਼ਵਾਸ ਦੇ ਘਰੇ ਉਹ ਭੇਜ ਕੇ, ਕਦੇ ਕੋਈ ਨਾ ਕੋਈ ਹੋਰ ਹੰਗਾਮਾ ਕਰਕੇ। ਤੇ ਬਿਜਲੀ ਦਾ ਵੀ ਉਹੀ ਹਾਲ। ਹੁਣ ਤੁਹਾਡੇ ਮੀਡੀਆ ਨਾਲ ਵੀ ਇਹਨਾਂ ਨੇ ਵਨ ਵੇ ਕਮਿਊਨੀਕੇਸ਼ਨ ਕਰ ਦਿੱਤਾ ਹੈ। ਹੁਣ ਭਗਵੰਤ ਮਾਨ ਸਾਹਿਬ ਕੇਵਲ ਸਾਡੇ ਨਾਲ ਤਾਂ ਕਈ ਦੋਸਤ ਨਾਰਾਜ਼ ਹੋ ਜਾਂਦੇ ਆ ਤੁਹਾਡੇ, ਪਰ ਲੇਕਿਨ ਸਰਕਾਰ ਨੇ ਵਨ ਵੇ ਕਮਿਊਨੀਕੇਸ਼ਨ ਕਰਤਾ ਹੈ ਕਿ ਕੇਵਲ ਦੱਸਾਂਗਾ, ਸੁਣਾਂਗਾ ਨਹੀਂ, ਸਵਾਲ ਨਹੀਂ ਦਿਆਂਗਾ, ਜਵਾਬ ਨਹੀਂ ਦਿਆਂਗਾ। ਚਲੋ ਇਹ ਤਾਂ ਸਰਕਾਰਾਂ ਕਰਦੀਆਂ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਵੇਲੇ ਵੀ ਨੋ ਦਿਸ ਇਜ਼ ਨਾਟ ਅ ਡੈਮੋਕ੍ਰੇਸੀ। ਕੈਪਟਨ ਅਮਰਿੰਦਰ ਸਿੰਘ ਵੀ ਮੈਨੂੰ ਲੱਗਦਾ ਉਹ ਤਾਂ ਨਿਕਲਦੇ ਨਹੀਂ ਸੀ ਉਹ ਸ਼ਾਹੀ ਮਹਿਲ। ਨਹੀਂ, ਮੀਡੀਆ ਦੇ ਸਾਹਮਣੇ ਇਦੋਂ ਜ਼ਿਆਦਾ ਆ ਜਾਂਦੇ ਹੋ, ਇਦੋਂ ਜ਼ਿਆਦਾ ਆ ਜਾਂਦੇ ਹੋ। ਪ੍ਰੈਸ ਕਾਨਫਰੰਸਾਂ ਕਰ ਲੈਂਦੇ ਸੀ। ਯੈਸ, ਪ੍ਰੈਸ ਕਾਨਫਰੰਸ ਕਰ ਲੈਂਦੇ ਸੀ, ਜਵਾਬ ਦਿੰਦੇ ਸੀ। ਹਾਂ ਠੀਕ ਹੈ, ਮੁੱਖ ਮੰਤਰੀ ਸਾਹਿਬ ਕੋਲੇ ਰੋਜ਼ਾਨਾ ਟਾਈਮ ਵੀ ਨਹੀਂ ਹੁੰਦਾ, ਲੇਕਿਨ ਕਦੇ ਕਦੇ ਮਹੀਨੇ 2 ਮਹੀਨਿਆਂ ਬਾਅਦ ਇੱਕ ਅੱਧੀ ਪ੍ਰੈਸ ਕਾਨਫਰੰਸ, ਕਿਉਂਕਿ ਜਨਤਾ ਜਾਣਨਾ ਚਾਹੁੰਦੀ ਹੈ ਕਿ ਕੀ ਪੰਜਾਬ ਦੀਆਂ ਗੱਲਾਂ ਨੇ, ਕੀ ਪੰਜਾਬ ਦੇ ਮੁੱਦੇ ਨੇ, ਕੀ ਉਹਨਾਂ ਦੇ ਕੀ ਹੋਇਆ, ਕੀ ਵਾਪਰਿਆ। ਬੜਿੰਗ ਸਾਹਿਬ, ਮਾਫੀਆ ਦੀ ਤੁਸੀਂ ਜਦੋਂ ਮੰਤਰੀ ਬਣੇ ਸੀ ਕਾਫੀ ਮੁੱਦੇ ਚੱਕੇ ਸੀ। ਗੱਲ ਕਰਦੇ ਸੀ ਮਾਫੀਆ ਸਿਸਟਮ ਦੀ, ਆਪਦੀ ਸਰਕਾਰ ਨੂੰ ਵੀ ਘੇਰਦੇ ਹੁੰਦੇ ਸੀ। ਰੇਤ ਮਾਫੀਆ ਦਾ ਕੀ ਹਾਲ ਹੈ ਜੀ? ਟਰਾਂਸਪੋਰਟ ਮਾਫੀਆ ਕਦੇ ਖਤਮ ਹੋ ਗਿਆ? ਟਰਾਂਸਪੋਰਟ ਮਾਫੀਆ ਦਾ ਤੁਸੀਂ ਖਾਸਾ ਰੌਲਾ ਜਿਹਾ ਪਾਉਂਦੇ ਸੀ। ਮੈਂ ਤਾਂ ਸੁਣਿਆ ਉਹ ਸਾਰੇ ਮੁੱਦੇ ਹੀ ਖਤਮ ਹੋ ਗਏ ਤੇ ਉਹ ਮਾਫੀਆ ਵੀ ਖਤਮ ਹੋ ਗਿਆ। 75 जिस सरकार ने ये कहता होवे कि मेरे पास माफिया आया था तो मैंने उनको कहा कि घर जाओ और ईमानदारी से काम करो। किन्ना ने कहा जी? केजरीवाल साहब ने खुद का बयान आया, मेरे पास माफिया पंजाब का आया था जो माफिया चलाता था, मैंने उनको कहा है कि ईमानदारी से काम करो। तुसी माफिया नूं तो यह कहता कि ईमानदारी से काम करो, फिर किहदी इंक्वायरी करोगे? उस माफिए नूं फड़ना सी,
ਤੇ ਫੜ ਕੇ ਉਹਨਾਂ ਨੂੰ ਝਾੜਨਾ ਸੀ, ਤੇ ਜਿਹੜੇ ਉਹਨਾਂ ਨਾਲ ਇਨਵੋਲਵ ਸੀ ਉਸ ਮਾਫੀਏ ਦੇ ਵਿੱਚ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਸੀ। ਕਿਹੜਾ ਉਜਾਗਰ ਕਰਨੇ ਚਾਹੀਦੇ ਆ ਕਿਹੜਾ ਮਾਫੀਆ ਆ। ਹੁਣ ਰੇਤ ਮਾਫੀਆ ਕਹਿੰਦੇ ਆ, ਰੇਤ ਅੱਗੇ ਨਾਲੋਂ ਵੀ ਮਹਿੰਗਾ ਹੋ ਗਿਆ, ਲੋਕ ਯਾਦ ਕਰ ਰਹੇ ਕਾਂਗਰਸ ਪਾਰਟੀ ਦੀ ਸਰਕਾਰ। ਹੁਣ ਰੇਤ ਮਿਲਦਾ ਵੀ ਨਹੀਂ ਹੈ। ਬਿਜਲੀ ਵੀ ਦੁਬਾਰੇ ਮਹਿੰਗੀ ਹੋ ਗਈ, ਬਿਜਲੀ ਵੀ ਮਹਿੰਗੀ ਹੋ ਰਹੀ ਹੈ। ਜਿਹੜੀ ਅਸੀਂ ਸਬਸਿਡੀ ਦੇ ਕੇ ਗਏ ਸੀ, ਚਲੋ ਉਹ ਤਾਂ ਜਦੋਂ ਨੋਟੀਫਿਕੇਸ਼ਨ ਕਰਨਗੇ ਉਦੋਂ ਪਤਾ ਲੱਗੇਗਾ। ਜਿੰਨੇ ਅਸੀਂ ਸਸਤੀ ਕਰਕੇ ਗਏ ਸੀ, ਇਹ ਉਹ ਸਾਰੀ ਦੀ ਸਾਰੀ 2400 ਕਰੋੜ ਰੁਪਏ ਦੀ ਜਿਹੜੀ ਸਬਸਿਡੀ ਸਾਡੀ ਸਰਕਾਰ ਦੇ ਕੇ ਗਈ ਸੀ 7 ਕਿਲੋਵਾਟ ਤੋਂ ਨੀਚੇ ਵਾਲਿਆਂ ਨੂੰ, ਉਹ ਸਾਰੀ ਦੁਬਾਰੇ ਉਹ ਸਬਸਿਡੀ ਖਤਮ ਕਰਨ ਜਾ ਰਹੇ। ਕੇਵਲ 100 ਯੂਨਿਟ ਜਿਹੜੇ 1 ਕਿਲੋਵਾਟ ਤੋਂ ਨੀਚੇ ਨੇ ਉਹ ਵੀ ਆਇਡੈਂਟੀਫਾਈ ਕਰ ਰਹੇ ਨੇ ਲੋਕਾਂ ਨੂੰ। ਵੜਿੰਗ ਸਾਹਿਬ, ਚੋਣਾਂ ਮਿਊਨਿਸਪਲ ਕਮੇਟੀਆਂ ਦੀਆਂ ਵੀ ਆ ਰਹੀਆਂ ਨੇ, ਜਥੇਬੰਦਕ ਢਾਂਚਾ ਕਦੋਂ ਕੁ ਤੱਕ ਬਣਾ ਲਓਗੇ? ਮੈਂ ਗੱਲ ਪੂਰੀ ਕਰ ਲਾਂ ਕਿ ਸੁਨੀਲ ਜਾਖੜ ਹੋਰਾਂ ਵਾਂਗੂ ਜਾਂ ਪੁਰਾਣੇ ਪ੍ਰਧਾਨਾਂ ਵਾਂਗੂ ਨਵਜੋਤ ਸਿੰਘ ਸਿੱਧੂ ਹੋਰਾਂ ਵਾਂਗੂ ਤੁਹਾਡਾ ਢਾਂਚਾ ਹੀ ਨਹੀਂ ਬਣਨਾ ਕਦੇ, ਕਿਉਂਕਿ ਜਿੰਨਾ ਟਾਈਮ ਉਹਨਾਂ ਦੀ ਟਾਈਮ ਲਾਈਨ ਰਹੀ ਕਾਂਗਰਸ ਪਾਰਟੀ ਦਾ ਜਥੇਬੰਦਕ ਢਾਂਚਾ ਪੁਨਰਗਠਨ ਨਹੀਂ ਹੋਇਆ। ਸੁਨੀਲ ਜਾਖੜ ਹੋਰਾਂ ਨਾਲ ਵੀ ਪਿਛਲੇ ਦਿਨੀ ਕਾਂਗਰਸ ਪਾਰਟੀ ਨੇ ਕਹਿੰਦੇ ਕਾਫੀ ਮੈਨੂੰ ਲੱਗਦਾ ਕਿ ਅਗਲੇ 20 ਦਿਨਾਂ ਦੇ ਵਿੱਚ ਜਥੇਬੰਦਕ ਢਾਂਚਾ, ਮੈਨੂੰ ਨਹੀਂ ਪਤਾ, ਹਰ ਬੰਦੇ ਦੀ ਆਪਦੀ ਵਰਕਿੰਗ ਸਟਾਈਲ ਹੁੰਦਾ ਹੈ। ਮੈਂ ਜਥੇਬੰਦਕ ਢਾਂਚਾ ਜਿਹੜਾ ਕਾਂਗਰਸ ਪਾਰਟੀ ਦਾ ਅਗਲੇ 20 ਦਿਨਾਂ ਦੇ ਵਿੱਚ ਖੜਾ ਕਰ ਦਿਆਂ। ਯੂਥ ਨੂੰ ਨੁਮਾਇੰਦਗੀ ਕਿੰਨੀ ਕੁ ਪਰਸੈਂਟ ਮਿਲੂਗੀ ਤੇ ਨੌਜਵਾਨ ਔਰਤਾਂ ਨੂੰ ਕਿੰਨੀ ਕੁ? ਆਈ ਥਿੰਕ ਬਿਲੋ ਦਾ ਏਜ ਆਫ 45 50% ਯੂਥ ਨੂੰ ਮੇਰਾ ਟੀਚਾ ਹੈ ਕਿ ਟੌਪ ਟੂ ਬਾਟਮ, ਬਲਾਕ ਟੂ ਪ੍ਰਦੇਸ਼ ਤੱਕ ਨੁਮਾਇੰਦਗੀ ਦੇਣ ਦਾ ਮਨ ਹੈ। ਆਖਰੀ ਮੇਰਾ ਸਵਾਲ ਹੈ, ਫਿਰ ਉੱਥੇ ਆ ਜਾਂਦੀ ਹੈ ਕਾਂਗਰਸ ਪਾਰਟੀ ਦੇ ਕਾਟੋ ਕਲੇਸ਼ ਦੀ ਗੱਲ। ਨਵਜੋਤ ਸਿੰਘ ਸਿੱਧੂ ਹੁਣ ਕਾਟੋ ਹੀ ਰਹੇਗੀ, ਕਲੇਸ਼ ਨਹੀਂ ਰਹੇਗਾ। ਭੁੱਲ ਜਾਓ ਕਲੇਸ਼। ਮੈਂ ਤੁਹਾਨੂੰ ਕਹਿ ਰਿਹਾ, ਮੈਨੂੰ ਪਤਾ ਤੁਹਾਨੂੰ ਯਕੀਨ ਨਹੀਂ ਹੋ ਰਿਹਾ ਨਹੀਂ ਇਹ ਮੁੱਕਣਾ ਨਹੀਂ ਹੈ, ਪਰ ਮੈਂ ਤੁਹਾਨੂੰ ਕਿਹਾ ਕਿ ਹੁਣ ਕਾਟੋ ਹੀ ਰਹੇਗੀ, ਕਲੇਸ਼ ਨਹੀਂ ਰਹੇਗਾ। ਕਦੋਂ ਤੱਕ ਨਿਬੜ ਜਾਣਗੇ ਇਹ ਜਿਹੜੇ ਜੋ ਕੁਝ ਅੰਦਰ ਚੱਲ ਰਿਹਾ? ਤੁਸੀਂ ਬੋਲਦੇ ਨਹੀਂ, ਅਨੁਸ਼ਾਸਨ ਤੁਸੀਂ ਆਪ ਬਹਾਲ ਰੱਖ ਰਹੇ ਹੋ, ਪਰ ਕਾਂਗਰਸ ਪਾਰਟੀ ਮਾਨ ਸ਼ਾਹੀਆ ਸਾਹਿਬ ਜਲਦੀ ਥੋੜੇ ਚਿਰ ਬਾਅਦ ਤੁਸੀਂ ਇਹ ਕਹੋਗੇ ਕਿ ਪਹਿਲੀ ਵਾਰੀ ਲੱਗਦਾ ਹੈ ਕਿ ਕਾਂਗਰਸ ਪਾਰਟੀ ਦਾ ਕੱਲੀ ਕਾਟੋ ਰਹੇਗੀ, ਇਹ ਕਲੇਸ਼ ਖਤਮ ਹੋ ਚੁੱਕਿਆ ਹੈ, ਮੈਨੂੰ ਉਮੀਦ ਹੈ। ਚਲੋ ਦੇਖਦੇ ਹਾਂ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਪ੍ਰਾਈਮ ਏਸ਼ੀਆ ਦੇ ਉੱਤੇ। ਫਿਰ ਅਗਲੀ ਮੁਲਾਕਾਤ ਤੁਹਾਡੇ ਨਾਲ ਜਲਦੀ ਕਰਾਂਗੇ। ਥੈਂਕ ਯੂ ਮਾਨ ਸ਼ਾਹੀਆ ਸਾਹਿਬ, ਜਿਉਂਦੇ ਰਹੋ। ਧੰਨਵਾਦ। ਇਹ ਸਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਜਿਨ੍ਹਾਂ ਨੇ ਬੇਵਾਕੀ ਤਰੀਕੇ ਦੇ ਨਾਲ ਸਵਾਲਾਂ ਦੇ ਜਵਾਬ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਹੁਣ ਯੂਥ ਦਾ ਰਾਜ ਹੋਊਗਾ ਤੇ ਕਾਂਗਰਸ ਪਾਰਟੀ ਦੇ ਵਿੱਚ ਹੁਣ ਇਕੱਲੀ ਕਾਟੋ ਰਹੂਗੀ, ਕਲੇਸ਼ ਨਹੀਂ ਹੋਊਗਾ, ਤੇ ਸਰਕਾਰ ਨੂੰ ਜਵਾਬਦੇਹ ਬਣਾਉਣਾ ਉਹਨਾਂ ਦਾ ਮੁੱਖ ਏਜੰਡਾ ਰਹੂਗਾ ਤੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਇੱਕ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਜੀ।